ਖਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜ਼ਨ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਸਾਡੇ ਮਹਿਮਾਨ ਨੇ ਖਾਲਸਾ ਕਾਲਜ ਆਫ ਐਜੂਕੇਸ਼ਨ ਜੀਟੀ ਰੋਡ ਦੇ ਐਸੋਸੀਏਟ ਪ੍ਰੋਫੈਸਰ ਮੈਡਮ ਗੁਰਜੀਤ ਕੌਰ, ਜਿਨ੍ਹਾਂ ਦਾ 20 ਸਾਲ ਦਾ ਤਜਰਬਾ ਇਸ ਕਾਲਜ ਦੇ ਵਿੱਚ ਹੀ ਪੜ੍ਹਾਉਣ ਦਾ ਵਾ ਔਰ ਉਹਨਾਂ ਨੇ ਅਨੇਕਾਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਸੈਮੀਨਾਰ ਔਰ ਹਰ ਜਗ੍ਹਾ ਦੇ ਵਿੱਚ ਸ਼ਮੂਲੀਅਤ ਕਰਕੇ ਪਰਚੇ ਪੜ੍ਹੇ। ਕਈ ਉਹਨਾਂ ਨੇ ਸੈਮੀਨਾਰ ਤਾਂ ਆਪਣੇ ਕਾਲਜ ਦੇ ਵਿੱਚ ਵੀ ਆਰਗੇਨਾਈਜ਼ ਕਰਾਏ, ਕਈ ਕਿਤਾਬਾਂ ਲਿਖੀਆਂ, ਕਈ ਕਿਤਾਬਾਂ ਨੂੰ ਐਡਿਟ ਕੀਤਾ ਔਰ ਜਿੱਥੋਂ ਜਿੱਥੇ ਵੀ ਵਿਚਾਰ ਵਟਾਂਦਰਿਆਂ ਦੀ ਜ਼ਰੂਰਤ ਪਈ ਐਜੂਕੇਸ਼ਨ ਦੇ ਨਾਲ ਸੰਬੰਧਿਤ ਉਹਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਾਡੇ ਦੂਸਰੇ ਮਹਿਮਾਨ ਨੇ ਡਾਕਟਰ ਮਨਿੰਦਰ ਕੌਰ, ਉਹਨਾਂ ਦਾ ਵੀ ਤਕਰੀਬਨ 20 ਸਾਲ ਦਾ ਤਜਰਬਾ ਖਾਲਸਾ ਕਾਲਜ ਆਫ ਐਜੂਕੇਸ਼ਨ ਜੀਟੀ ਰੋਡ ਦਾ ਰਿਹਾ। ਕਈ ਅਧਿਆਪਕ ਉਹਨਾਂ ਨੇ ਤਾਲੀਮ ਦੇ ਕੇ ਸਮਾਜ ਨੂੰ ਦਿੱਤੇ। ਅੱਜ ਵੱਖ-ਵੱਖ ਕਾਲਜਿਸ ਔਰ ਸਕੂਲਸ ਦੇ ਵਿੱਚ ਉਹ ਪੜ੍ਹਾ ਰਹੇ ਨੇ। ਬਹੁਤ ਹੀ ਵਧੀਆ ਸਪੀਕਰ ਨੇ ਔਰ ਆਪਣੇ ਸਮੇਂ ਤੇ ਨਾਲ ਦੀ ਨਾਲ ਗਿਆਨ ਲੈ ਕੇ ਤੇ ਨਾਲ ਦੀ ਨਾਲ ਇਹ ਗਿਆਨ ਦੇਣਾ, ਉਹਨਾਂ ਦਾ ਹਮੇਸ਼ਾ ਤਤਪਰ ਰਹਿਣਾ, ਇਹ ਬਹੁਤ ਵੱਡਾ ਬਣਾ। ਤੀਸਰੇ ਸਾਡੇ ਮਹਿਮਾਨ ਨੇ ਡਾਕਟਰ ਬਿੰਦੂ ਸ਼ਰਮਾ। ਡਾਕਟਰ ਬਿੰਦੂ ਸ਼ਰਮਾ ਵੀ ਤਕਰੀਬਨ 20 ਸਾਲ ਤੋਂ ਖਾਲਸਾ ਕਾਲਜ ਆਫ ਐਜੂਕੇਸ਼ਨ ਜੀਟੀ ਰੋਡ ਦੇ ਵਿੱਚ ਪੜ੍ਹਾ ਰਹੇ ਨੇ। ਚੰਗੇ ਉਹਨਾਂ ਨੇ ਜਿਹੜੇ ਇੰਟਰਨੈਸ਼ਨਲ ਨੈਸ਼ਨਲ ਜਿਹੜੇ ਸੈਮੀਨਾਰ ਲਾ ਲਈਏ ਜਾਂ ਚੰਗੇ ਜਗ੍ਹਾ ਤੇ ਜਾ ਕੇ ਲੈਕਚਰ ਦਿੱਤੇ ਨੇ ਔਰ ਉਹਨਾਂ ਦਾ ਵੀ ਐਜੂਕੇਸ਼ਨ ਦੀ ਦੁਨੀਆ ਦੇ ਵਿੱਚ ਇੱਕ ਵਿਲੱਖਣ ਨਾਮ ਨਾ। ਚੌਥੇ ਸਾਡੇ ਮਹਿਮਾਨ ਨੇ ਪੂਨਮਪ੍ਰੀਤ ਕੌਰ ਢਿੱਲੋਂ, ਜਿਨ੍ਹਾਂ ਦਾ 8 ਸਾਲ ਦਾ ਤਜਰਬਾ ਐਜੂਕੇਸ਼ਨ ਦੇ ਵਿੱਚ ਆ ਔਰ 5 ਸਾਲ ਦਾ ਤਜਰਬਾ ਖਾਲਸਾ ਕਾਲਜ ਆਫ ਐਜੂਕੇਸ਼ਨ ਜੀਟੀ ਰੋਡ ਦਾ ਵਾ। ਇਹ ਟੈਕਨੋਲੋਜੀ ਦੇ ਨਾਲ ਕੰਪਿਊਟਰ ਦੇ ਨਾਲ ਲੈ ਕੇ ਬੱਚਿਆਂ ਨੂੰ ਤਾਲੀਮ ਦੇ ਰਹੇ ਨੇ ਔਰ ਆਪਣੀ ਵਿਲੱਖਣ ਪਹਿਚਾਣ ਰੱਖਦੇ ਹੋਏ ਇੱਕ ਚੰਗੇ ਸਮਾਜ ਨੂੰ ਸਿਰਜ ਰਹੇ ਨੇ। ਬਹੁਤ ਧੰਨਵਾਦ ਮੈਮ, ਤੁਸੀਂ ਸਾਰਿਆਂ ਨੇ ਸਾਨੂੰ ਸਮਾਂ ਦਿੱਤਾ। ਅੱਜ ਦੇ ਸਮੇਂ ਦੇ ਵਿੱਚ ਮੈਮ ਇੱਕ ਅਧਿਆਪਕ ਨੂੰ ਕੀ ਸਮੱਸਿਆਵਾਂ ਆ ਰਹੀਆਂ ਨੇ? ਸਰ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਅੱਜ ਦੇ ਅਧਿਆਪਕ ਨੂੰ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਾਂ ਆ ਰਹੀਆਂ, ਮੇਰੇ ਸਮਝ ਅਨੁਸਾਰ ਕਿ ਅਧਿਆਪਕ ਨੂੰ ਅੱਜ ਹੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਅੱਜ ਤੋਂ ਸਦੀਆਂ ਪਹਿਲਾਂ ਵੀ ਜਦੋਂ ਗੁਰੂਕੁਲ ਸਿਸਟਮ ਸੀ, ਉਸ ਵੇਲੇ ਵੀ ਅਧਿਆਪਕ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ, ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਕਿਉਂਕਿ ਉਸ ਵੇਲੇ ਜਿਹੜੀ ਸਿੱਖਿਆ ਦਿੱਤੀ ਜਾਂਦੀ ਸੀ ਉਹ ਬੋਲ ਕੇ ਦਿੱਤੀ ਜਾਂਦੀ ਸੀ ਐਂਡ ਜਿਹੜਾ ਲਰਨਰ ਸੀ ਜਾਂ ਵਿਦਿਆਰਥੀ ਸੀ ਉਹ ਸੁਣ ਕੇ ਲੈਂਦਾ ਸੀ। ਸੋ ਸਾਡੇ ਕੋਲ ਹੋਰ ਕੋਈ ਸਾਧਨ ਨਾ ਹੋਣ ਕਰਕੇ ਅਧਿਆਪਕ ਦੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਬੋਲ ਕੇ ਜੋ ਵੱਧ ਤੋਂ ਵੱਧ ਆਪਣੇ ਵਿਦਿਆਰਥੀ ਨੂੰ ਦੇ ਸਕਾਂ ਉਹ ਦੇ ਸਕਾਂ। ਸਮਾਂ ਬਦਲਦਾ ਗਿਆ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪ੍ਰਿੰਟਿੰਗ ਮਸ਼ੀਨਾਂ ਆਈਆਂ, ਬੁੱਕਸ ਛਪਣੀਆਂ ਸ਼ੁਰੂ ਹੋ ਗਈਆਂ। ਹੁਣ ਇਹ ਇੱਕ ਪ੍ਰੋਬਲਮ ਫੇਰ ਆ ਗਈ ਕਿ ਬੱਚਿਆਂ ਦੀ ਸਾਈਕੋਲੋਜੀ ਨੂੰ ਸਮਝ ਕੇ ਸਿੱਖਿਆ ਕਿਵੇਂ ਦਿੱਤੀ ਜਾਵੇ। ਪਰ ਇਹ ਵੀ ਆਪਣੇ ਆਪ 'ਚ ਇੱਕ ਸਮੱਸਿਆ ਸੀ ਕਿ ਬੱਚੇ ਦੀ ਸਾਈਕੋਲੋਜੀ ਨੂੰ ਅਸੀਂ ਕਿਵੇਂ ਅੰਡਰਸਟੈਂਡ ਕਰੀਏ। ਸੋ ਇਹਦੇ ਲਈ ਬਹੁਤ ਸਾਰੇ ਸਾਈਕੋਲੋਜਿਸਟ ਨੇ ਆਪਣੇ ਵਿਚਾਰ ਦਿੱਤੇ। ਫਿਰ ਸਮਾਂ ਬਦਲਿਆ, ਵਿਕਾਸ ਹੋਇਆ, ਅਸੀਂ ਟੈਕਨੋਲੋਜੀ ਦੀ ਜਦੋਂ ਡਿਵੈਲਪਮੈਂਟ ਹੋਈ ਹੈ, ਅਸੀਂ ਅੱਜ ਦੇ ਜਿਹੜਾ ਸਮਾਂ ਹੈ ਪਹੁੰਚੇ ਹਾਂ, ਉਸ ਵੇਲੇ ਸਾਡੇ ਲਈ ਲੱਗਾ ਕਿ ਸਿੱਖਿਆ ਤਾਂ ਬਹੁਤ ਹੀ ਸੌਖੀ ਹੋ ਗਈ ਹੈ, ਵਿਦਿਆਰਥੀ ਨੂੰ ਪੜ੍ਹਾਉਣਾ ਤਾਂ ਬਹੁਤ ਹੀ ਈਜ਼ੀ ਹੋ ਗਿਆ ਕਿਉਂਕਿ ਸਾਡੇ ਕੋਲ ਇੰਟਰਨੈਟ ਦੀਆਂ ਫੈਸਿਲਿਟੀਜ਼ ਨੇ, ਸਾਡੇ ਕੋਲ ਆਨਲਾਈਨ ਰਿਸੋਰਸਿਸ ਨੇ। ਬਟ ਇਸ ਟਾਈਮ ਤੇ ਉੱਪਰ ਲੱਗਾ ਕਿ ਹੋਰ ਜ਼ਿਆਦਾ ਸਮੱਸਿਆਵਾਂ ਤੇ ਚੁਣੌਤੀਆਂ ਜਿਹੜਾ ਹੈ ਅਧਿਆਪਕ ਨੂੰ ਫੇਸ ਕਰਨੀਆਂ ਪੈ ਰਹੀਆਂ, ਕਿਉਂਕਿ ਵਿਦਿਆਰਥੀ ਦੇ ਲੈਵਲ ਤੱਕ ਪਹੁੰਚਣਾ, ਕਿਉਂਕਿ ਉਹ ਨੌਲੇਜ ਜਿਹੜੀ ਇੰਨੀ ਜਲਦੀ ਐਕਸਪੈਂਡ ਹੋ ਰਹੀ ਹੈ ਐਂਡ ਵਿਦਿਆਰਥੀ ਨੂੰ ਉਸ ਨੌਲੇਜ ਤੱਕ ਲੈ ਕੇ ਜਾਣਾ, ਕਿੰਨਾ ਦਿੱਤਾ ਜਾਵੇ ਨੌਲੇਜ, ਕਿੰਨੀ ਉਹਨੇ ਤੱਕ ਪਹੁੰਚਾਈ ਜਾਵੇ। ਸੋ ਸਰ, ਜਿਹੜਾ ਚੇਂਜਿੰਗ ਸਿਨੈਰੀਓ ਦੀ ਮੈਮ ਗੱਲ ਕਰ ਰਹੇ ਆ, ਸੋ ਇਹਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਕੋਵਿਡ-19 ਪੈਂਡੈਮਿਕ ਨੇ ਜਿਹੜੀ ਚੇਂਜਸ ਲੈ ਕੇ ਆਉਂਦੀ ਇਨ ਦਾ ਸਿਸਟਮ ਆਫ ਐਜੂਕੇਸ਼ਨ, ਇਹ ਸਾਡੇ ਵਾਸਤੇ ਫੋਰਸਡ ਚੇਂਜਸ ਹੈ, ਦੇ ਆਰ ਨਾਟ ਵੋਲੰਟਰੀ ਚੇਂਜਸ। ਔਰ ਇਸ ਜਿਹੜੀ ਫੋਰਸਡ ਚੇਂਜਸ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਫੈਕਲਟੀ ਮੈਂਬਰਸ ਔਰ ਸਟੂਡੈਂਟਸ ਨੇ ਦੋਨਾਂ ਨੇ ਹੀ ਆਪਣੇ ਆਪ ਨੂੰ ਇਹਦੇ ਨਾਲ ਅਡੈਪਟ ਕੀਤਾ ਔਰ ਨਵੀਆਂ ਜਿਹੜੀਆਂ ਸਕਿੱਲਸ ਹੈ ਉਹਨਾਂ ਨੂੰ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਨੋ ਡਾਊਟ ਕਿ ਸਟਾਰਟਿੰਗ ਦੇ ਵਿੱਚ ਸਾਨੂੰ ਕੁਝ ਜਿਹੜੇ ਹੈ ਪ੍ਰੋਬਲਮਸ ਫੇਸ ਕਰਨਾ ਪਿਆ, ਬਹੁਤ ਸਾਰੇ ਗੈਪ ਸੀਗੇ, ਪਰ ਜਿਸ ਤਰ੍ਹਾਂ ਐਜ਼ ਅ ਥਿੰਗਸ ਦੇ ਆਰ ਗੋਇੰਗ ਔਨ, ਸੋ ਅਸੀਂ ਇਸ ਚੀਜ਼ ਨੂੰ ਐਜ਼ ਅ ਪਾਰਟ ਆਫ ਲਾਈਫ ਲੈ ਲਿਆ ਔਰ ਦੇਖ ਰਹੇ ਹਾਂ ਕਿ ਅਸੀਂ ਹੁਣ ਸਾਰੇ ਹੀ ਸਟੂਡੈਂਟਸ ਔਰ ਸਾਰੇ ਹੀ ਜਿਹੜੇ ਟੀਚਰਸ ਹੈ ਉਹ ਆਪਣੇ ਆਪ ਨੂੰ ਇੱਕ ਕੰਫਰਟੇਬਲ ਪੋਜੀਸ਼ਨ ਦੇ ਵਿੱਚ ਲੈ ਕੇ ਆ ਰਹੇ ਮੈਂ ਐਡ ਕਰਨਾ ਚਾਹਾਂਗੀ, ਮੈਮ ਨੇ ਪੈਂਡੈਮਿਕ ਟਾਈਮ ਤੇ ਗੱਲ ਕੀਤੀ, ਮੈਮ ਨੇ ਪੁਰਾਣੇ ਸਿਨੈਰੀਓ ਦੀ ਗੱਲ ਕੀਤੀ। ਟੀਚਰ ਬਹੁਤ ਸਾਰੀਆਂ ਸੋਸ਼ਲ ਜਾਂ ਇਕਨੋਮਿਕ ਐਸਪੈਕਟ ਤੋਂ ਵੀ ਬਹੁਤ ਸਾਰੇ ਚੈਲੰਜਸ ਫੇਸ ਕਰ ਰਿਹਾ, ਪ੍ਰੋਬਲਮ ਫੇਸ ਕਰ ਰਿਹਾ। ਫॉर एग्जांपल ਜਿਵੇਂ ਡਾਕਟਰ ਹੈ, ਇੰਜੀਨੀਅਰ ਹੈ, ਉਹਨਾਂ ਨੂੰ ਇੱਕ ਸੋਸ਼ਲ ਰਿਕੋਗਨੀਸ਼ਨ ਮਿਲ ਰਹੀ ਹੈ, ਪਰ ਟੀਚਰ ਦੀ ਉਹ ਰਿਕੋਗਨੀਸ਼ਨ ਦਾ ਕੀ ਕਿਹਾ ਜਾ ਸਕਦਾ ਕੁਝ, ਕਿਉਂਕਿ ਟੀਚਰ ਡਾਕਟਰ ਪੈਦਾ ਕਰ ਰਿਹਾ ਹੈ, ਟੀਚਰ ਇੰਜੀਨੀਅਰ ਪੈਦਾ ਕਰ ਰਿਹਾ ਹੈ। ਕਹਿ ਸਕਦੇ ਹਾਂ ਕਿ ਟੀਚਰ ਦੇ ਵਿੱਚੋਂ ਹੀ ਸਾਰੇ ਨਿਕਲ ਰਹੇ ਨਾ, ਚਾਹੇ ਉਹ ਵਕੀਲ ਬਣ ਰਿਹਾ, ਡਾਕਟਰ ਬਣ ਰਿਹਾ ਜਾਂ ਕੋਈ ਵੀ ਇਕਨੋਮਿਸਟ ਤੱਕ ਜਿਹੜੇ ਆ ਉਹ ਟੀਚਰ ਨੂੰ ਇੱਕ ਨੇਸ਼ਨ ਬਿਲਡਰ ਵੀ। ਤੇ ਦੂਸਰੀ ਗੱਲ ਮੈਂ ਮੈਮ ਇਹ ਕਹਿਣਾ ਚਾਹਾਂਗੀ ਕਿ ਇਕਨੋਮਿਕ, ਕਿਉਂਕਿ ਦੇਖੋ ਹੁਣ ਜਿੰਨੇ ਪ੍ਰਾਈਵੇਟਾਈਜੇਸ਼ਨ ਹੋ ਗਿਆ ਐਜੂਕੇਸ਼ਨ ਦਾ ਤੇ ਜਿੰਨੇ ਪ੍ਰਾਈਵੇਟ ਕਾਲਜਿਸ ਹੈ ਤੇ ਬਾਰਗੇਨ ਵਿਦ ਟੀਚਰਸ ਐਡਹੌਕ ਤੇ ਰੱਖ ਲਿਆ, ਕੰਸੋਲੀਡੇਟਿਡ ਪੇਜ ਤੇ ਰੱਖ ਲਿਆ, ਕਿ ਇੰਨੀ ਥੋੜੀ ਪੇਜ ਇੱਕ ਟੀਚਰ ਆਪਣਾ ਘਰ ਚਲਾ ਸਕਦਾ ਹੈ?
ਤੇ ਇਹ ਵੀ ਸਾਰੇ ਇਸ਼ੂ ਜਿਹੜੇ ਸੋਚਣ ਦੀ ਗੱਲ ਹੈਗੀ ਹੈ ਕਿ ਇਹਨਾਂ ਤੇ ਵੀ ਫੋਕਸ ਕਰਨਾ ਚਾਹੀਦਾ ਕਿ ਟੀਚਰ ਦਾ ਉਹ ਰੁਤਬਾ ਜਿਹੜਾ ਉਹਨੂੰ ਦੇਣਾ ਚਾਹੀਦਾ। ਇਹ ਚੈਲੰਜ ਜਿਹੜੇ ਬਿਗ ਚੈਲੰਜਸ ਹੈ ਜਿਹੜਾ ਟੀਚਰ ਇੱਕ ਜਿਹੜਾ ਸਰ ਮੈਂ ਗੱਲ ਕਰਦੀ ਹਾਂ ਕਿ ਵੈਲਿਊਜ਼ ਡਿਟੀਰੀਓਰੇਸ਼ਨ ਵੀ ਬਹੁਤ ਹੋ ਰਹੀ ਹੈ ਸਮਾਜ ਦੇ ਵਿੱਚ, ਐਂਡ ਟੀਚਰ ਵੀ ਸਮਾਜ ਦਾ ਪਾਰਟ ਹੀ ਹੈ। ਸੋ ਉਹਨੂੰ ਅਸੀਂ ਉਹ ਵੈਲਿਊ ਸਿਸਟਮ ਕਿਵੇਂ ਡਿਵੈਲਪ ਕਰਨਾ, ਉਹਦੇ ਵਿੱਚ ਇੱਕ ਬੜੀ ਵੱਡੀ ਸਮੱਸਿਆ ਹੈ, ਕਿਉਂਕਿ ਜਦੋਂ ਅਸੀਂ ਸਮਾਜ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਸਮਾਜ ਦੇ ਅਨੁਸਾਰ ਹੀ ਵਿਚਰਨਾ ਪੈਂਦਾ ਹੈ, ਤਾਂ ਉਹੀ ਸਾਡੇ 'ਚ ਬਿਹੇਵੀਅਰ ਡਿਵੈਲਪ ਹੁੰਦਾ ਹੈ। ਟੀਚਰ ਆਰਥਿਕ ਪੱਖ ਤੋਂ ਉਹਦਾ ਦਿਮਾਗ ਉਸ ਬੰਨਿਓ ਹਟਿਆ ਹੋਊਗਾ ਤਾਂ ਗਿਆਨ ਸਹੀ ਦੇ ਸਕੂਗਾ, ਔਰ ਉਹਦੇ 'ਚ ਇੱਕ ਸਟੇਬਿਲਿਟੀ ਆਏਗੀ ਕਿ ਉਹਨੂੰ ਹੋਏਗਾ ਕਿ ਮੈਂ ਲੌਂਗਰ ਟਾਈਮ ਲਈ ਇਸ ਪ੍ਰੋਫੈਸ਼ਨ 'ਚ ਆ। ਹੁਣ ਟੀਚਰ ਅਗਰ ਟੀਚਿੰਗ 'ਚ ਆ ਵੀ ਜਾਂਦਾ ਫਿਰ ਵੀ ਉਹ ਅਦਰ ਜੌਬਸ ਨੂੰ ਸਰਚ ਕਰਦਾ ਰਹਿੰਦਾ ਕਿ ਮੈਨੂੰ ਕੋਈ ਬੈਟਰ ਓਪਰਚੁਨਿਟੀ ਮਿਲ ਜੇ, ਮੈਂ ਇੱਥੋਂ ਸ਼ਿਫਟ ਕਰ ਜਾਵਾਂ। ਉਹ ਕਦੀ ਨਹੀਂ ਸੋਚਦਾ ਕਿ ਮੈਂ ਪਰਮਾਨੈਂਟ ਆ ਇਸ ਪਲੇਸ ਤੇ। ਸੈਟੀਸਫੈਕਸ਼ਨ ਦੀ ਪ੍ਰੋਬਲਮ ਹੈ ਨਾ, ਜਦ ਤੱਕ ਅਸੀਂ ਔਰ ਇੱਕ ਉਹਦੀ ਜੋ ਇਨ ਸਰਵਿਸ ਐਜੂਕੇਸ਼ਨ ਆ ਉਹ ਥਰੂ ਆਊਟ ਉਹਦੀ ਲਾਈਫ ਚੱਲਦੀ ਰਹਿੰਦੀ। ਇੰਨਾ ਕੁਝ ਪੜਨ ਦੇ ਬਾਵਜੂਦ, ਇੰਨੇ ਕੁਝ ਉਹਨੂੰ ਪ੍ਰੋਫੈਸ਼ਨਲ ਡਿਵੈਲਪਮੈਂਟ ਕਰਨ ਦੇ ਬਾਵਜੂਦ ਵੀ ਉਹਨੂੰ ਇੱਕ ਆਪਣੀ ਜੌਬ ਤੋਂ ਜੌਬ ਸੈਟੀਸਫੈਕਸ਼ਨ ਨਹੀਂ ਹੈਗੀ। ਪਰ ਮੈਂ ਸੋਚਦੀ ਹਾਂ ਕਿ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਪ੍ਰੋਫੈਸ਼ਨਲ ਡਿਵੈਲਪਮੈਂਟ ਜਿਹੜੀ ਇਨ ਸਰਵਿਸ ਟੀਚਰ ਪ੍ਰੋਗਰਾਮਸ ਦੀ ਜਾਂ ਪ੍ਰੀ ਸਰਵਿਸ ਹੈ, ਸਾਡੇ ਸੋਸਾਇਟੀ ਵਿੱਚ ਇਹਦੇ ਵਿੱਚ ਵੀ ਨਿਗਾਰ ਦੇਖ ਰਹੇ ਹਾਂ। ਅਸੀਂ ਹੀ ਇਹਦੇ ਵਾਸਤੇ ਆਈ ਥਿੰਕ ਜ਼ਿੰਮੇਵਾਰ ਹਾਂ। ਜਦੋਂ ਅਸੀਂ ਨਾਨ ਅਟੈਂਡਿੰਗ ਸਟੂਡੈਂਟਸ ਨੂੰ ਅਲਾਓ ਕਰ ਦਿੰਦੇ ਹਾਂ, ਜਦੋਂ ਅਸੀਂ ਸਿੱਖਿਆ ਦਾ ਕਮਰਸ਼ੀਅਲਾਈਜੇਸ਼ਨ ਹੋਈ ਹੈ, ਤਾਂ ਸਾਡਾ ਮੇਨ ਪਰਪਸ ਕੀ ਹੋ ਗਿਆ ਵਾ ਕਿ ਅਸੀਂ ਸਿੱਖਿਆ ਨੂੰ ਜਿਹੜਾ ਬਿਜ਼ਨਸ ਪੁਆਇੰਟ ਆਫ ਵਿਊ ਦਾ ਲੈਣਾ ਸ਼ੁਰੂ ਕਰ ਦਿੱਤਾ ਵਾ। ਠੀਕ ਹੈ, ਕੁਝ ਕਾਲਜਿਸ ਤੇ ਇਦਾਂ ਦੇ ਬਣ ਗਏ ਆ ਕਿ ਜਿਨ੍ਹਾਂ ਨੇ ਇੱਕ ਵਪਾਰ ਹੀ ਲੈ ਲਿਆ ਵਾ, ਔਰ ਵਪਾਰ ਤੋਂ ਬਾਹਰ ਉਹ ਕੁਝ ਨਹੀਂ ਕਰਦੇ। ਉਹਨਾਂ ਨੂੰ ਬੱਚੇ ਆਉਂਦੇ ਨਹੀਂ, ਉਹਦੇ ਪੈਸੇ ਜਿਹੜੇ ਕਾਲਜ ਹੈ ਜਿਹੜੇ ਕੰਪਰੋਮਾਈਜ਼ ਨਹੀਂ ਕਰਦੇ, ਉਹਨਾਂ ਨੂੰ ਸਫਰ ਕਰਨਾ ਪੈਂਦਾ। ਬੱਚੇ ਆ ਕੇ ਪਹਿਲੀ ਗੱਲ ਪੁੱਛਦੇ ਆ ਕਿ ਮੈਮ ਰੋਜ਼ ਆਣਾ ਪਏਗਾ ਕਾਲਜ, ਤੇ ਅਸੀਂ ਕਹਿੰਦੇ ਰੋਜ਼ ਆਣਾ ਪਏਗਾ, ਕਹਿਣਗੇ ਫਿਰ ਸਾਨੂੰ ਤੇ ਰਿਲੈਕਸੇਸ਼ਨ ਦੇ ਰਿਹਾ ਸੀ ਤੇ ਉਸ ਕਾਲਜ 'ਚ ਜਾ ਰਹੇ ਹਾਂ। ਸਰ ਜਿਹੜੀਆਂ ਐਥਿਕਸ ਔਰ ਜਿਹੜੀਆਂ ਵੈਲਿਊਜ਼ ਹੈ, ਇੱਕ ਬੱਚਾ ਰੈਗੂਲਰਲੀ ਆ ਕੇ ਲੈਂਦਾ ਇੰਸਟੀਟਿਊਸ਼ਨ ਤੋਂ, ਉਹ ਘਰ ਬੈਠ ਕੇ ਉਹ ਜਿਹੜੀਆਂ ਵੈਲਿਊਜ਼ ਐਥਿਕਸ ਨਹੀਂ ਦੇਖਣ ਨੂੰ ਮਿਲਦੀਆਂ। ਔਰ ਇਹੀ ਪ੍ਰੋਬਲਮ ਜਿਹੜੀ ਹੈ ਸਾਡੇ ਬੱਚੇ ਜਿਹੜੇ ਆ ਸਕੂਲਸ ਦੇ ਵਿੱਚ ਫੇਸ ਕਰ ਰਹੇ, ਬਿਕੋਜ਼ ਉਹਨਾਂ ਨੂੰ ਟੀਚਰਸ ਉਸ ਤਰ੍ਹਾਂ ਦੇ ਨਹੀਂ ਮਿਲ ਰਹੇ ਜਿਹਨਾਂ ਨੂੰ ਅੱਛੀਆਂ ਵੈਲਿਊਜ਼ ਇਨਕਲਕੇਟ ਕਰ ਜਿੱਦਾਂ ਦੀ ਜੇ ਐਜੂਕੇਸ਼ਨ ਦਾ ਟੀਚਰ 'ਚ ਹੀ ਨਹੀਂ ਸਰ ਵੈਲਿਊਜ਼ ਹੋਣਗੀਆਂ ਤੇ ਅਸੀਂ ਕਿੱਦਾਂ ਐਕਸਪੈਕਟ ਕਰ ਸਕਦੇ ਹਾਂ ਕਿ ਅੱਗੇ ਸਟੂਡੈਂਟਸ 'ਚ ਜਾ ਕੇ ਵੈਲਿਊਜ਼ ਹੋਣਗੀਆਂ। ਔਰ ਉਸ ਅਧਿਆਪਕ ਨੇ ਕਿੰਨੇ ਬੱਚੇ ਹੋਰ ਪ੍ਰੋਡਕਟ ਉਹਨੇ ਹੀ ਅੱਗੋਂ ਬਣਾਉਣੇ, ਉਹਨੇ ਜਿੱਦਾਂ ਦਾ ਆਪਣੀਆਂ ਹੋਏਗਾ। ਵੈਲਿਊਜ਼ ਹੀ ਅੱਗੇ ਨੈਕਸਟ ਜਨਰੇਸ਼ਨਸ ਨੂੰ ਟ੍ਰਾਂਸਫਰ ਕਰਨੀਆਂ ਨੇ, ਜੋ ਖੁਦ ਦੀ ਪੰਚੁਅਲਿਟੀ ਰੈਗੂਲਰਿਟੀ ਟੀਚਰ ਨਹੀਂ ਆ 40 ਬੱਚਿਆਂ ਨੂੰ ਪੜ੍ਹਾ ਵੀ ਨਹੀਂ ਰਿਹਾ ਆ ਤੇ ਸਕਦੀ। ਜਿੱਦਾਂ ਦਾ ਟੀਚਰ ਹੋਏਗਾ ਉਦਾਂ ਦੀ ਵੈਲਿਊਜ਼ ਹੀ ਦੇਗਾ ਨਾ। ਤੇ ਟੀਚਰ ਜਿਹੜਾ ਉਹ ਇੱਕ ਦੋ ਤੋਂ ਕਨਫਾਈਨਡ ਨਹੀਂ ਹੈਗਾ, ਟੀਚਰ ਪੂਰੀ ਸੋਸਾਇਟੀ ਲਈ ਜ਼ਿੰਮੇਵਾਰ ਇਹਦਾ ਹੈ। ਜ਼ਿਆਦਾ ਕਾਰਨ ਇਹੀ ਬਣ ਗਿਆ ਨਾ ਕਿ ਕਾਲਜ ਜ਼ਿਆਦਾ ਖੁੱਲ ਗਿਆ, ਕਿਤੇ ਨਾ ਕਿਤੇ ਇਸ ਚੀਜ਼ ਤੇ ਪਾਬੰਦੀ ਔਰ ਚਾਹੀਦੀ ਇਸ ਸੀ। ਚੀਜ਼ 'ਚ ਕੁਆਲਿਟੀ ਕੰਪਰੋਮਾਈਜ਼ ਕਰ ਰਹੀ ਹੈ। Quantity ਉਹਨਾਂ ਦੇ ਨੂੰ aspect ਕੁਆਂਟੀਟੀ ਹੈ ਕਿ ਜ਼ਿਆਦਾ ਬੱਚੇ ਆ ਜਾਣ, ਚਾਹੇ ਆਉਣ ਚਾਹੇ ਨਾ ਆਉਣ, ਇੱਕ ਮੈਨੇਜਮੈਂਟ ਨੂੰ ਫੀਸ ਆ ਜਾਏ, ਬਟ ਉਹ ਇਸ ਚੀਜ਼ ਨੂੰ ਬੋਦਰ ਨਹੀਂ ਕਰ ਰਹੇ ਕਿ ਅਸੀਂ ਕਿਸ ਤਰ੍ਹਾਂ ਦਾ ਪ੍ਰੋਡਕਟ ਦੇ ਰਹੇ ਹਾਂ ਇੱਕ ਟੀਚਿੰਗ ਦੇ ਲਈ, ਕਿਸ ਤਰ੍ਹਾਂ ਦਾ ਅਸੀਂ ਟੀਚਰ ਮਾਰਕੀਟ 'ਚ ਦੇ ਰਹੇ ਹਾਂ, ਕਿੱਦਾਂ ਦਾ ਹੀ ਸਕੂਲਾਂ ਨੂੰ ਇੱਕ ਅੱਛਾ ਗਿਆਨਵਾਨ ਟੀਚਰ ਦੇ ਰਹੇ ਹਾਂ ਕਿ ਇੱਕ ਨਾਨ ਅਟੈਂਡਿੰਗ ਜਿਹਨੂੰ ਉਹਨਾਂ ਚੀਜ਼ਾਂ ਦਾ ਬਿਲਕੁਲ ਫਿਰ ਵੀ ਕੋਈ ਬਲੇਮ ਅਸੀਂ experience ਸਰ ਨਹੀਂ ਹੈ। ਐਜੂਕੇਸ਼ਨ ਸਿਸਟਮ ਨੂੰ ਕਰ ਰਹੇ ਆ ਤੇ ਇਹਨਾਂ ਗੇਹੂੰ ਨਾਲ ਘੁੰਨ ਵੀ ਪਿਸਿਆ ਜਾਂਦਾ। ਜਿਹੜੇ ਲਾਇਲ ਹੈ, ਆਪਣੇ ਲਈ ਸਿੰਸੀਅਰ ਹੈ, ਕਾਲਜਸ ਪੂਰੇ ਰੂਲ ਰੈਗੂਲੇਸ਼ਨ ਨਾਲ ਕੰਮ ਕਰ ਰਹੇ ਆ, ਉਹ ਸਫਰ ਕਰਦੇ ਇਹਨਾਂ ਸਰ ਚੀਜ਼ਾਂ ਅਸੀਂ ਜਿਵੇਂ ਕਹਿ ਦਿੰਦੇ ਆ ਕਿ EMPLOYABILITY ਨਹੀਂ ਆ, EMPLOYER ਰੱਖ ਨਹੀਂ ਰਿਹਾ, ਤਾਂ ਇਹੀ ਤਾਂ ਪ੍ਰੋਬਲਮ ਹੈ ਕਿ ਉਹਨਾਂ ਕੋਲ ਨਾ ਕੋਈ ਸਕਿੱਲਸ ਨੇ, ਨਾ ਕੋਈ ਕੰਪੀਟੈਂਸੀਜ਼ ਨੇ, ਤੇ ਫਿਰ ਕਾਲਜ ਸਕੂਲ ਉਹਨਾਂ ਨੂੰ ਰੱਖਣ ਵੀ ਕਿਵੇਂ। ਸੋ ਕਈ ਵਾਰੀ ਅਸੀਂ ਖੁਦ ਇਸੇ ਕਰਕੇ ਮੈਂ ਕਹਿ ਰਹੀ ਕਿ ਬਾਰ-ਬਾਰ ਅਸੀਂ ਖੁਦ ਜ਼ਿੰਮੇਵਾਰ ਆ ਤੇ ਸਾਨੂੰ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਜ਼ਰੂਰਤ ਸੋ ਹੈ। ਜਦੋਂ ਇੰਟਰਵਿਊਜ਼ ਲੈਣ ਚਾਹੀਦੀਆਂ ਤਾਂ ਦੇਖੀਦਾ ਕਈ ਵਾਰੀ ਕਿ ਦ ਟੀਚਰਸ ਹੂ ਆਰ ਕਮਿੰਗ ਫॉर ਗੈਟਿੰਗ ਜੌਬਸ, ਸਰ ਦੇ ਮੇ ਬੀ ਹਾਈਲੀ ਕੁਆਲੀਫਾਈਡ, ਉਹਨਾਂ ਕੋਲ ਜਿਹੜੀਆਂ ਡਬਲ ਪੋਸਟ ਗ੍ਰੈਜੂਏਸ਼ਨ ਹੈ, B.Ed M.Ed ਡਿਗਰੀ ਕੀਤੀ ਹੋਈ ਹੈ, ਬਟ ਦ ਰਿਕਵਾਇਰਡ ਨੌਲੇਜ ਜਿਹੜੀ ਕੰਟੈਂਟ ਨੌਲੇਜ ਹੈ, ਸਕਿੱਲਸ ਮਾਸਟਰੀ ਹੈ, ਉਹ ਉਹਨਾਂ ਵਿੱਚ ਦੇਖਣ ਨੂੰ ਮਿਲਦੀ ਹੀ ਨਹੀਂ ਹੈ। ਸੋ ਇਹ ਜਿਹੜੀਆਂ ਪ੍ਰੋਬਲਮਸ ਹੈ ਸਾਨੂੰ ਫੇਸ ਕਰਨੀਆਂ ਪੈ ਰਹੀਆਂ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਬੰਦ ਨਾ ਹੋਣਗੀਆਂ ਤਾਂ ਇਹ ਬਹੁਤ ਲੈਵਲ ਹੋਰ ਅਧਿਆਪਕ ਦਾ ਥੱਲੇ ਚਲੇ ਸਰ ਜਾਣਾ। ਅੱਜ ਸਾਨੂੰ ਇਹ ਸੋਚਣ ਦੀ ਜ਼ਰੂਰਤ ਹੈ ਕਿ ਸਾਨੂੰ ਟੀਚਰ ਚਾਹੀਦੇ ਕਿਸ ਤਰ੍ਹਾਂ ਦੇ ਨੇ, ਕਿਸ ਤਰ੍ਹਾਂ ਦੇ ਟੀਚਰ ਦੀ ਨੀਡ ਆ। ਜੇ ਅਸੀਂ ਉਸ ਤਰ੍ਹਾਂ ਦੇ ਹੀ ਟੀਚਰ ਡਿਵੈਲਪ ਕਰਾਂਗੇ ਤਾਂ ਹੀ ਸਾਡੀ ਜਿਹੜੀ ਐਜੂਕੇਸ਼ਨ ਸਿਸਟਮ ਹੈ ਇਹਦਾ ਕੋਈ ਸੁਧਾਰ ਹੋ ਸਕਦਾ ਹੈ। ਸਰ ਜਿਸ ਤਰ੍ਹਾਂ ਮੈਮ ਕਹਿ ਰਹੇ ਆ ਕਿ ਸਾਨੂੰ ਟੀਚਰ ਕਿਸ ਤਰ੍ਹਾਂ ਦੇ ਚਾਹੀਦੇ ਨੇ, ਤਾਂ ਆਪਾਂ ਮੋਸਟਲੀ ਦੇਖਦੇ ਹਾਂ ਕਿ ਟੀਚਰ ਨੂੰ ਕੰਟੈਂਟ ਦੀ ਨੌਲੇਜ ਹੀ ਨਹੀਂ ਹੈ। ਤਾਂ ਸਾਡੀ ਜਿਹੜੀ ਨੈਸ਼ਨਲ ਪਾਲਿਸੀ ਔਨ ਐਜੂਕੇਸ਼ਨ 2020 ਆਈ ਹੈ, ਵੈਸੇ ਇਹਨਾਂ ਨੇ ਕਾਫੀ ਹੱਦ ਤੱਕ ਇਸ ਚੀਜ਼ ਨੂੰ ਕਵਰ ਕਰਨ ਦੀ ਕੋਸ਼ਿਸ਼ ਤਾਂ ਕੀਤੀ ਹੈ। ਇਹ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਅਸੀਂ ਮੈਡੀਕਲ ਦੇ ਸਟੂਡੈਂਟਸ ਤਿਆਰ ਕਰਦੇ ਹਾਂ, ਇੰਜੀਨੀਅਰਿੰਗ ਦੇ ਸਟੂਡੈਂਟਸ ਤਿਆਰ ਕਰਦੇ ਹਾਂ, ਇਸੇ ਤਰ੍ਹਾਂ ਇੱਕ ਅਧਿਆਪਕ ਨੂੰ ਵੀ ਤਿਆਰ ਕੀਤਾ ਜਾਵੇ, ਉਹਦੀ ਨੀਂਹ ਮਜ਼ਬੂਤ ਹੋਣੀ ਚਾਹੀਦੀ ਹੈ। ਤਾਂ ਇਸ ਕਰਕੇ ਗਵਰਨਮੈਂਟ ਨੇ 4 ਸਾਲਾ ਜਿਹੜੇ ਇੰਟੀਗ੍ਰੇਟਿਡ ਕੋਰਸਿਸ ਸ਼ੁਰੂਆਤ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਗਵਰਨਮੈਂਟ ਦੀ ਸ਼ੁਰੂਆਤ ਹੈ ਐਂਡ ਸਾਨੂੰ ਇੰਟੀਗ੍ਰੇਟਿਡ ਕੋਰਸਿਸ ਸ਼ੁਰੂ ਕੀਤੇ ਨੇ। ਬਿਲਕੁਲ ਜੀ ਸਰ, ਤਾਂ ਇਹਨਾਂ ਦੀ ਕਾਫੀ ਮਤਲਬ ਨੀਂਹ ਪੱਕਿਆਂ ਕਰਨ ਵਾਸਤੇ ਇਹ ਬਹੁਤ ਵੱਡਾ ਰੋਲ ਪਲੇ ਕਰ ਸਕਦੇ ਨੇ। ਐਂਡ ਮੈਂ ਉਮੀਦ ਕਰਦੀ ਹਾਂ ਕਿ ਆਉਣ ਵਾਲੇ ਸਮੇਂ 'ਚ ਸਾਡਾ ਜਿਹੜਾ ਟੀਚਰ ਐਜੂਕੇਸ਼ਨ ਹੈ ਦਾ ਸ਼ਾਇਦ ਕੁਆਲਿਟੀ ਇਸ ਤੋਂ ਵੀ ਜ਼ਿਆਦਾ ਇੰਪਰੂਵ ਹੋਏਗੀ ਜੋ ਅਸੀਂ ਕਾਲਜ ਕਰ ਰਹੇ ਹਾਂ। ਆਲਰੇਡੀ ਚੱਲ ਰਹੇ ਹੈ ਕੋਰਸਿਸ ਸਾਡੇ ਕਾਲਜ 'ਚ, ਕਾਫੀ ਕੋਰਸਿਸ ਚੱਲ ਰਹੇ ਇੰਟੀਗ੍ਰੇਟਿਡ B.Ed M.Ed ਇੰਟੀਗ੍ਰੇਟਿਡ 3 ਈਅਰ ਕੋਰਸ ਚੱਲ ਰਿਹਾ ਹੈ ਟੀਚਰ ਐਜੂਕੇਟਰ ਬਣਾਉਣ ਲਈ। ਬਾਕੀ ਅਸੀਂ ਚਾਹੁੰਦੇ ਫਾਊਂਡੇਸ਼ਨ ਸਟਰੋਂਗ ਹੋਏ, BA BSc 4 ਈਅਰ ਇੰਟੀਗ੍ਰੇਟਿਡ ਪ੍ਰੋਗਰਾਮਸ ਤਾਂ ਕਿ ਬੱਚਿਆਂ ਦਾ ਇੰਟਰਸਟ ਡਿਵੈਲਪ ਕੀਤਾ ਜਾਏ ਤੇ ਬੱਚੇ ਬਾਏ ਚੁਆਇਸ ਆਣ, ਬਾਏ ਕੰਪਲਸ਼ਨ ਨਾ ਆਣ। ਤੇ ਜਿਹੜਾ ਬਾਏ ਚੁਆਇਸ ਹੈ ਡੈਫੀਨਿਟਲੀ
ਟੀਚਿੰਗ ਦੇ ਨਾਲ ਨਾਲ ਅਸੀਂ ਉਹਨਾਂ ਨੂੰ ਮੈਥਡੋਲੋਜੀ ਦੀ ਵੀ ਪ੍ਰੋਪਰ ਨੌਲੇਜ ਦਿੰਦੇ ਆ, ਅਦਰ ਸਕਿੱਲਸ ਜਿਹੜੀਆਂ ਕਲਾਸ ਦੇ ਵਿੱਚ ਚਾਹੀਦੀਆਂ ਨੇ ਉਹਨਾਂ ਦੇ ਬਾਰੇ ਵੀ ਅਸੀਂ ਉਹਨਾਂ ਨੂੰ ਪ੍ਰੋਪਰ ਦੱਸਦੇ ਆ। ਇੱਕ ਜਿੱਦਾਂ ਟੀਚਰ ਦੇ ਵਿੱਚ ਇੱਕ ਜਿਹੜੀਆਂ ਟੈਕਨੀਕਲ ਸਕਿੱਲਸ ਨੇ ਉਹ ਕਿਸ ਤਰ੍ਹਾਂ ਡਿਵੈਲਪ ਕਰਨੀਆਂ ਨੇ, ਜਾਂ ਟੀਚਰ ਨੇ ਟੈਕਨੀਕਲੀ ਆਪਣਾ ਜਿਸ ਤਰ੍ਹਾਂ ਕੰਟੈਂਟ ਕਿਸ ਤਰ੍ਹਾਂ ਡਿਵੈਲਪ ਕਰਨਾ ਹੈ, ਸਮਾਰਟ ਬੋਰਡ ਕਿੱਦਾਂ ਯੂਜ਼ ਕਰਨਾ ਹੈ। ਹੁਣ ਜਿੱਦਾਂ ਮੋਸਟਲੀ ਆਪਾਂ ਦੇਖਦੇ ਹਾਂ ਕਿ ਹਰ ਕੋਈ ਡਾਊਨਲੋਡਿੰਗ ਤੇ ਹੀ ਐਮਫਸਿਸ ਕਰਦਾ, ਕੁਝ ਨਹੀਂ ਮਿਲਦਾ ਨੈਟ ਤੋਂ, ਇੰਟਰਨੈਟ ਤੋਂ ਡਾਊਨਲੋਡ ਕਰ ਲਓ। ਬਟ ਸਾਡੇ ਜਿਹੜੇ ਆਉਣ ਵਾਲੇ ਟੀਚਰ ਨੇ ਉਹਨਾਂ ਨੂੰ ਅਸੀਂ ਇਹ ਸਿਖਾਵਾਂਗੇ ਕਿ ਹਾਊ ਟੂ ਅਪਲੋਡ ਦਾ ਕੰਟੈਂਟ। ਨੌਲੇਜ ਜਨਰੇਸ਼ਨ ਵਾਲੀ ਗੱਲ ਹੋ ਗਈ ਨਾ, ਨੌਲੇਜ ਜਨਰੇਟ ਕਰੋ, ਮਤਲਬ ਯੂਜ਼ ਨਾ ਕਰੋ, ਟ੍ਰਾਈ ਟੂ ਜਨਰੇਟ ਨੌਲੇਜ। ਨਹੀਂ ਹੈ ਕਿ ਜਿੰਨੇ ਜੋ ਪਹਿਲੇ ਨੌਲੇਜ ਐਗਜ਼ਿਸਟ ਹੈ ਤੇ ਉਹਨੂੰ ਅਸੀਂ ਨੈਕਸਟ ਜਨਰੇਸ਼ਨ ਨੂੰ ਟ੍ਰਾਂਸਮਿਟ ਕਰ ਦੇਣੀ। ਨੋ ਡਾਊਟ ਇਹ ਕੰਮ ਤੇ ਉਹਨੇ ਕਰਨਾ ਹੀ ਆ, ਬਟ ਉਹ ਨੌਲੇਜ ਕ੍ਰੀਏਟਰ ਵੀ ਹੋਣਾ ਚਾਹੀਦਾ, ਆਪਣੇ ਇਨੋਵੇਟਿਵ ਆਈਡੀਆਜ਼ ਨੂੰ ਲੈ ਕੇ ਆਵੇ, ਆਪਣੀ ਕ੍ਰੀਏਟੀਵਿਟੀ। ਤੁਸੀਂ ਜਿਸ ਕਾਲਜ ਦਾ ਹਿੱਸਾ ਹੋ, ਤਕਰੀਬਨ ਜੇ ਮੈਂ ਗਲਤ ਨਾ ਹੋਵਾਂ ਤਾਂ 1954 ਦੇ ਵਿੱਚ ਕਾਲਜ ਬਣਿਆ, ਔਰ ਔਸਤਨ ਮੰਨ ਕੇ ਚੱਲੀਏ ਆਪਾਂ ਕਿ ਕੋਈ 67 ਸਾਲ ਹੋ ਗਏ ਕਾਲਜ ਬਣੇ ਨੂੰ। ਬਿਲਕੁਲ ਜੀ। ਔਰ ਇਸ ਕਾਲਜ ਦੇ ਪੜ੍ਹੇ ਵਿਦਿਆਰਥੀ ਜਿਹੜੇ ਕਿ ਵੱਖ-ਵੱਖ ਜਗ੍ਹਾ ਤੇ ਕੋਈ ਚੰਗੀਆਂ ਅਹੁਦਿਆਂ ਤੇ ਰਹੇ, ਵਾਈਸ ਚਾਂਸਲਰ ਤੱਕ ਗਏ। ਤੁਸੀਂ ਜਦੋਂ ਵੇਖਦੇ ਹੋ ਬਾਹਰਲੇ ਕਾਲਜਿਸ ਨੂੰ, ਫਿਰ ਕਿਤੇ ਨਾ ਕਿਤੇ ਮਨ ਦੇ ਵਿੱਚ ਤਾਂ ਉਹ ਆਉਂਦਾ ਹੋਣਾ ਵਾ ਕਿ ਤੁਸੀਂ ਇੰਨੀ ਕੁਆਲਿਟੀ ਕੱਢ ਰਹੇ ਹੋ, ਔਰ ਬਾਕੀ ਕਾਲਜ ਜਿਹੜੇ ਆ ਉਹ ਇਹਦੇ ਫਿਊਚਰ 'ਚ ਕਿੱਦਾਂ ਇਹਨੂੰ ਸੁਧਾਰ ਦੇ ਵਿੱਚ ਲਿਆਂਦਾ ਜਾਊਗਾ? ਸਰ ਅਸੀਂ ਜਿਹੜਾ ਕਾਲਜ ਹੈ, ਸਾਡੇ ਵਿਦਿਆਰਥੀਆਂ ਨੂੰ ਅਸੀਂ ਇਸ ਢੰਗ ਦੇ ਨਾਲ ਟ੍ਰੇਨ ਕਰਦੇ ਹਾਂ ਕਿ ਉਹ ਮਾਰਕੀਟ ਵਿੱਚ ਜਾ ਕੇ ਉਹਨਾਂ ਨੂੰ ਈਜ਼ੀਲੀ ਮਤਲਬ ਜੌਬਸ ਮਿਲ ਸਕਣ। ਐਂਡ ਸਾਡੀ ਕਾਲਜ ਦਾ ਬ੍ਰਾਂਡ ਨੇਮ ਹੀ ਬਹੁਤ ਹੈ, ਸਟੈਂਪ ਹੀ ਕਹਿ ਲਓ ਤੁਸੀਂ, ਬਹੁਤ ਹੈ। ਪਰ ਜਦੋਂ ਅਸੀਂ ਆਸ-ਪਾਸ ਦੇ ਕਾਲਜਿਸ ਵਿੱਚ ਦੇਖਦੇ ਹਾਂ ਨਾ ਕਿ ਬੱਚਿਆਂ ਨੂੰ ਬਿਨਾਂ ਬੁਲਾਇਆ, ਬਿਨਾਂ ਕੋਈ ਉਹਨਾਂ ਦੀ ਸਕਿੱਲਸ ਡਿਵੈਲਪ ਕੀਤੀਆਂ, ਤਾਂ ਬਹੁਤ ਜ਼ਿਆਦਾ ਦੁੱਖ ਵੀ ਲੱਗਦਾ ਹੈ ਕਿ ਇਹ ਬੱਚਿਆਂ ਨੇ ਸਮਾਜ ਵਿੱਚ ਜਾ ਕੇ ਅਧਿਆਪਕ ਬਣਨਾ ਹੈ। ਅਧਿਆਪਕ ਨੂੰ ਅਸੀਂ ਰਾਸ਼ਟਰ ਨਿਰਮਾਤਾ ਕਹਿੰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਅਧਿਆਪਕ ਉਹ ਚੀਜ਼ ਹੈ, ਉਹ ਇੱਕ ਲੈਂਪ ਹੈ ਜਿਹੜਾ ਕਿ ਦੂਜਿਆਂ ਨੂੰ ਗਾਈਡ ਕਰ ਸਕਦਾ ਹੈ। ਐਂਡ ਅਧਿਆਪਕ ਹੀ ਹੈ ਜਿਹੜਾ ਇੱਕ ਰਸਤਾ ਦਿਖਾ ਸਕਦਾ ਹੈ। ਪਰ ਜਿਹੜੇ ਐਟ ਪ੍ਰੈਜ਼ੈਂਟ ਜਿਹੜਾ ਸਾਡਾ ਆਲੇ ਦੁਆਲੇ ਦਾ ਇੱਕ ਮਾਹੌਲ ਜਿਹੜਾ ਬਣ ਚੁੱਕਾ ਹੈ, ਜਿਵੇਂ ਐਜੂਕੇਸ਼ਨਲ ਇੰਸਟੀਟਿਊਸ਼ਨ ਦਾ, ਉਹਦੇ ਵਿੱਚ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਕਮਰਸ਼ੀਅਲਾਈਜੇਸ਼ਨ ਹੈ। ਬਟ ਫਿਰ ਵੀ ਮੈਂ ਕਹਿੰਦੀ ਹਾਂ ਕਿ ਇੱਕ ਮੋਰਲ ਰਿਸਪੌਂਸਿਬਿਲਿਟੀ ਇੱਕ ਸਾਡੀ ਸਭ ਦੀ ਬਣਦੀ ਹੈ ਕਿ ਅਸੀਂ ਇਸ ਢੰਗ ਦੇ ਨਾਲ ਬੱਚਿਆਂ ਨੂੰ ਤਿਆਰ ਕਰੀਏ, ਜਿਹੜੀ ਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੀ ਇੱਕ ਵਿਜ਼ਨ ਹੈ। ਉਹ ਚਾਹੁੰਦੇ ਆ ਕਿ ਅਧਿਆਪਕ ਦੇ ਇੱਕ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਹਨੂੰ ਸੈਲਫ ਐਜੂਕੇਸ਼ਨ ਲੈ ਸਕੇ, ਸੈਲਫ ਕੰਟਰੋਲ ਹੋਵੇ, ਉਹਦੇ ਵਿੱਚ ਇਮੋਸ਼ਨਲ ਵੈਲਿਊਜ਼ ਹੋਣੀਆਂ ਚਾਹੀਦੀਆਂ, ਐਂਡ ਉਹ ਇੱਕ ਇਸ ਤਰ੍ਹਾਂ ਦਾ ਟੀਚਰ ਹੋਣਾ ਚਾਹੀਦਾ ਜਿਹੜਾ ਕਿ ਬੱਚੇ ਦੀ ਆਲ ਰਾਊਂਡ ਡਿਵੈਲਪਮੈਂਟ ਦੇ ਉੱਪਰ ਇੱਕ ਐਮਫਸਿਸ ਕਰ ਸਕੇ। ਸੋ ਜਿਹੜੀ ਇਹ ਵਿਜ਼ਨ ਰੱਖੀ ਗਈ ਹੈ ਨੈਸ਼ਨਲ ਪਾਲਿਸੀ ਔਨ ਐਜੂਕੇਸ਼ਨ 2020 ਦੀ, ਇਹਨੂੰ ਅਸੀਂ ਜੇ ਅਚੀਵ ਕਰਨਾ ਹੈ ਤਾਂ ਸਾਨੂੰ ਬਹੁਤ ਜ਼ਿਆਦਾ ਹੋਰ ਵੀ ਐਫਰਟਸ ਕਰਨੇ ਪੈਣਗੇ। ਸਰ ਇਹਦੇ ਵਿੱਚ ਨਾ ਸਾਡੇ ਪ੍ਰਿੰਸੀਪਲ ਸਾਹਿਬਾਨ ਜਿੰਨੇ ਵੀ ਆਏ ਉਹਨਾਂ ਦੀ ਬਹੁਤ ਮੋਟੀਵੇਸ਼ਨ ਹੈ ਕਿ ਅਸੀਂ ਕਦੀ ਕੰਪਰੋਮਾਈਜ਼ ਨਹੀਂ ਕੀਤਾ, ਕਿਉਂਕਿ ਅਸੀਂ ਇੱਕ ਰੋਲ ਮਾਡਲ ਹੈਗੇ ਬਾਕੀ ਕਾਲਜ ਲਈ, ਕਿਉਂਕਿ ਬੀਇੰਗ ਅ ਵੈਰੀ 올ਡ ਕਾਲਜ ਤੇ ਸਾਡੀ ਰਿਸਪੌਂਸਿਬਿਲਿਟੀ ਬਣਦੀ ਕਿ ਅਸੀਂ ਸੁਸਾਇਟੀ ਨੂੰ ਚੰਗੇ ਪਾਸੇ ਲੈ ਕੇ ਜਾਈਏ। ਤੇ ਮੈਂ ਕਹਿਣਾ ਚਾਹੁੰਦੀ ਅਸੀਂ ਚੱਲਦੇ ਨਹੀਂ ਰਾਹਾਂ ਤੇ, ਅਸੀਂ ਚੱਲਦੇ ਹਾਂ ਤੇ ਰਾਹ ਬੰਦੇ ਨੇ। ਅਸੀਂ ਚੱਲਦੇ ਨਹੀਂ ਰਾਹਾਂ ਤੇ, ਅਸੀਂ ਚੱਲਦੇ ਹਾਂ ਤੇ ਤੇ ਅਸੀਂ ਆਪਣੇ ਰਾਹ ਆਪੇ ਕੱਢਦੇ ਹਾਂ। ਅਸੀਂ ਜਿੱਦਾਂ ਜੋ ਸਾਡੇ ਕਰਿਕੂਲਮ ਦੇ ਵਿੱਚ ਮੈਂਸ਼ਨ ਆ, ਜੋ ਸਿਲੇਬਸ ਆ, ਉਹ ਤਾਂ ਬੱਚਿਆਂ ਨੂੰ ਕਰਵਾਉਂਦੇ ਆ। ਉਸ ਤੋਂ ਇਲਾਵਾ ਵੀ ਅਸੀਂ ਕੁਝ ਐਕਸਟਰਾ ਜਿਹੜੀਆਂ ਸਾਡੇ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਮੈਮ ਨੇ ਐਕਸਟਰਾ ਸਕਿੱਲਸ ਵੀ ਅਸੀਂ ਬੱਚਿਆਂ ਦੀਆਂ ਡਿਵੈਲਪ ਕਰਦੇ ਆ, ਜਿਹੜੀਆਂ ਸਿਲੇਬਸ 'ਚ ਮੈਂਸ਼ਨ ਵੀ ਨਹੀਂ ਆ, ਬਟ ਅਸੀਂ ਉਹਨਾਂ ਨੂੰ ਵੀ ਨਾਲ ਦੀ ਨਾਲ ਲੈ ਕੇ ਚੱਲਦੇ ਆ। ਮੈਮ ਸਾਡੇ ਲੈਂਗੁਏਜ ਲੈਬ ਵੀ ਹੈ, ਲੈਂਗੁਏਜ ਲੈਬ ਹੈ ਸਾਡੇ ਕਾਲਜ 'ਚ, ਜਿਹੜੀ ਕਿ ਅਸੀਂ ਬੱਚਿਆਂ ਨੂੰ ਪੂਰਾ ਟਾਈਮ ਦਿੰਦੇ ਆ ਆਪਣੀ ਸਕਿੱਲਸ ਡਿਵੈਲਪ ਕਰਨ, ਕਿ ਜੋ ਸਿਲੇਬਸ ਆ ਦੈਟ ਇਜ਼ ਦਾ ਮਿਨੀਮਮ ਰਿਕੁਆਇਰਮੈਂਟ, ਕਿ ਉਹ ਤਾਂ ਅਸੀਂ ਕਰਨੀ ਹੀ ਕਰਨੀ ਆ। ਉਸ ਤੋਂ ਐਕਸਟਰਾ ਵੀ ਅਸੀਂ ਬੱਚੇ ਨੂੰ ਦੇਣ ਦੀ ਕੋਸ਼ਿਸ਼ ਕਰਦੇ ਆ ਕਿ ਆਉਣ ਵਾਲੇ ਆਪਣੇ ਕੈਰੀਅਰ ਦੇ ਵਿੱਚ ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਨਾ ਹੋਵੇ ਕਿ ਜਿਸ ਬਾਰੇ ਉਹਨੂੰ ਨੌਲੇਜ ਨਾ ਹੋਵੇ, ਜਿਸ ਬਾਰੇ ਉਹਨੂੰ ਐਕਸਪੀਰੀਅੰਸ ਨਾ ਹੋਵੇ। ਅਸੀਂ ਐਕਸਪੀਰੀਐਂਸ਼ੀਅਲ ਲਰਨਿੰਗ ਤੇ ਫੋਕਸ ਕਰਦੇ ਆ ਮੇਨ, ਕਿ ਬੱਚਾ ਇਸ ਤਰ੍ਹਾਂ ਦਾ ਲਰਨ ਕਰੇ ਕਿ ਉਹਨੂੰ ਉਸ ਲਰਨਿੰਗ ਤੋਂ ਇੱਕ ਅਰਨਿੰਗ ਵੀ ਹੋਏ। ਜਿਸ ਤਰ੍ਹਾਂ ਨਈ ਤਾਲੀਮ ਵੀ ਇਹੀ ਫੋਕਸ ਕਰਦੀ ਆ ਕਿ देयर शुड बी लर्निंग अर्निंग वाइल लर्निंग, और ਅਸੀਂ ਐਕਸਪੀਰੀਐਂਸ਼ੀਅਲ ਲਰਨਿੰਗ ਸਰ ਇਹ ਚੀਜ਼ ਐਡ ਕਰਨਾ ਚਾਹਾਂਗੀ ਕਿ ਸਾਡੇ ਪ੍ਰਿੰਸੀਪਲ ਮੈਮ ਜਿਹੜੇ ਆ ਬੇਸਿਕਲੀ ਜਿਹੜੇ ਬੱਚੇ ਪੜ੍ਹਾ ਰਹੇ, ਜਿਵੇਂ ਸਾਡੇ ਬੀਐਡ ਦੇ ਪੋਸਟ ਗ੍ਰੈਜੂਏਸ਼ਨ ਬੱਚੇ ਆ ਤੇ ਜਿਹੜੇ ਇੰਟੀਗ੍ਰੇਟਿਡ ਪ੍ਰੋਗਰਾਮਸ ਆਏ ਆ ਤੇ ਉਹ ਉਹਨਾਂ ਨੂੰ ਪੜ੍ਹਾਉਂਦੇ ਆ, ਨਾਲ ਟ੍ਰੇਨਿੰਗ ਹੋ ਰਹੀ ਹੈ, ਨਾਲ ਉਹਨਾਂ ਦੇ ਸੋਰਸਿਸ ਆਫ ਇਨਕਮ ਹੋ ਰਹੇ ਆ, ਤੇ ਉਹ ਜਿਹੜੀ ਚੀਜ਼ ਹੈ ਆਪਣੇ ਆਪ ਉਹ ਟੀਚਰਸ ਨੂੰ ਅੱਛਾ ਬਣਾਏਗੀ ਕਿਉਂਕਿ ਉਹਨਾਂ ਨੇ ਸ਼ੁਰੂ 'ਚ ਉਹ ਚੀਜ਼ਾਂ ਕਰਨੀਆਂ ਸ਼ੁਰੂ ਕਰਤੀਆਂ, ਕੌਨਫੀਡੈਂਸ ਲੈਵਲ। ਅੱਛਾ, ਮੈਂ ਪੁੱਛਣਾ ਚਾਹੁੰਦਾ ਮੈਮ ਕਿ ਕੋਵਿਡ-19 ਦੇ ਚੱਲਦਿਆਂ ਬੱਚੇ ਘਰਾਂ 'ਚ ਬੈਠੇ ਸੀਗੇ, ਤੁਸੀਂ ਕਿੱਦਾਂ ਉਹਨਾਂ ਨੂੰ ਘਰਾਂ ਤੱਕ ਜਿਹੜਾ ਸਾਰਾ ਮੈਟਰ ਪਹੁੰਚਾਇਆ ਕਿ ਬੱਚਿਆਂ ਨੂੰ ਕੋਈ ਦਿੱਕਤ ਨਹੀਂ ਆਈ?
ਸਰ ਜਦੋਂ ਪੈਂਡੈਮਿਕ ਹੋਇਆ ਤੇ ਇੱਕਦਮ ਸ਼ਿਫਟ ਹੋ ਗਿਆ Shift ਫਰਮ ਹੋ ਗਿਆ। ਫੇਸ ਟੂ ਫੇਸ ਮੋਡ ਤੋਂ ਅਸੀਂ ਆਨਲਾਈਨ ਮੋਡ ਵਿੱਚ ਸ਼ਿਫਟ ਹੋ ਗਏ ਐਂਡ ਅਸੀਂ ਜਾਣਦੇ ਹਾਂ ਸਾਰੇ ਕਿ ਫੇਸ ਟੂ ਫੇਸ ਕਲਾਸ ਵਿੱਚ ਟੀਚ ਕਰਨਾ ਕਿੰਨਾ ਵਧੀਆ ਲੱਗਦਾ ਵਾ ਕਿੰਨਾ, ਕਿਉਂਕਿ ਅਸੀਂ ਬੱਚਿਆਂ ਦੀਆਂ ਇਮੋਸ਼ਨਸ ਨੂੰ ਅੰਡਰਸਟੈਂਡ ਕਰ ਸਕਦੇ ਹਾਂ। ਵੀ ਕੈਨ ਹੈਵ ਅ ਕੰਸਰਨ ਵਿਦ ਦਾ ਸਟੂਡੈਂਟਸ ਕਿ ਬੱਚੇ ਨੂੰ ਜੇ ਨਹੀਂ ਸਮਝ ਆ ਰਿਹਾ ਅਸੀਂ ਇਮੀਡੀਏਟਲੀ ਰਿਪੀਟ ਕਰ ਸਕਦੇ ਹਾਂ। ਪਰ ਜਦੋਂ ਹੀ ਇਹ ਪੈਂਡੈਮਿਕ ਦੀ ਜਦੋਂ ਅਸੀਂ ਪ੍ਰੋਬਲਮ ਦੇਖੀ ਤਾਂ ਇੱਕ ਸਾਡੇ ਕਾਲਜ ਦੇ ਵਿੱਚ ਇੱਕ ਮਾਹੌਲ ਬਣਾਇਆ ਗਿਆ ਕਿ ਅਸੀਂ ਬੱਚਿਆਂ ਨੂੰ ਕਿਵੇਂ ਹੁਣ ਕੰਟੈਕਟ ਕਰਨਾ ਹੈ। ਉਹਦੇ ਲਈ ਇੱਕ ਮੀਟਿੰਗ ਕੀਤੀਆਂ ਗਈਆਂ ਐਂਡ ਉਸ ਦੇ ਥਰੂ ਅਸੀਂ ਇੱਕ ਟਾਈਮ ਟੇਬਲ ਫਰੇਮ ਕੀਤਾ, ਪ੍ਰੋਪਰ ਟਾਈਮ ਟੇਬਲ ਫਰੇਮ ਕਰਕੇ ਬੱਚਿਆਂ ਨੂੰ ਉਹਨਾਂ ਦੇ WhatsApp ਗਰੁੱਪ ਬਣਾਏ ਐਂਡ ਉਹਨਾਂ ਨੂੰ ਉਹ ਸਾਰਾ ਮਟੀਰੀਅਲ ਆਨਲਾਈਨ ਦੇ ਥਰੂ ਵੀ ਡਿਫਰੈਂਟ ਪਲੇਟਫਾਰਮਸ ਜਿਹੜੇ ਸਾਡੇ ਹੈਗੇ ਸੀ, Zoom ਹੋ ਗਿਆ, ਗੂਗਲ ਮੀਟ ਹੋ ਗਈ, ਸਿਸਕੋ ਵੈਬਐਕਸ, ਜਿਹੜਾ ਟੀਚਰ ਜਿੱਥੇ ਕੰਫਰਟੇਬਲ ਸੀ ਉਹਨਾਂ ਨੇ ਉਹਨਾਂ ਪਲੇਟਫਾਰਮਸ ਨੂੰ ਯੂਜ਼ ਇਸ ਕਰਕੇ ਤੋਂ ਬੱਚਿਆਂ ਇਲਾਵਾ ਨਾਲ ਸਰ interact ਕੀਤਾ। ਸਾਡੇ ਜਿਸ ਤਰ੍ਹਾਂ ਗਵਰਨਿੰਗ ਕਾਉਂਸਲ ਨੇ ਆਪਣਾ ਗਵਰਨੈਂਸ ਪੋਰਟਲ ਵੀ ਬਣਾਇਆ ਹੋਇਆ ਜਿਸ ਦੇ ਵਿੱਚ ਜੋ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਆ ਜਿਸ ਦੇ ਉੱਪਰ ਅਸੀਂ ਸਾਰੇ ਬੱਚਿਆਂ ਦੀਆਂ ਆਈਡੀਜ਼ ਕ੍ਰੀਏਟ ਕੀਤੀਆਂ ਹੋਈਆਂ, ਈਵਨ ਟੀਚਰਸ ਦੀਆਂ ਵੀ ਆਈਡੀਜ਼ ਕ੍ਰੀਏਟ ਕੀਤੀਆਂ ਹੋਈਆਂ ਔਰ ਹਰ ਇੱਕ ਆਈਡੀ ਇੱਕ ਪਾਸਵਰਡ ਦੇ ਨਾਲ ਲਿੰਕ ਆ ਔਰ ਟੀਚਰਸ ਆਪਣੀਆਂ PDF ਫਾਈਲਸ ਆਪਣੇ YouTube ਦੇ ਲਿੰਕਸ ਉਹਦੇ ਉੱਪਰ ਅਪਲੋਡ ਕਰਦੇ ਨੇ ਜਿਹੜੇ ਬਿਲਕੁਲ ਇੱਕ ਟਾਈਮ ਦੇ ਨਾਲ ਇੱਕ ਕਲਾਸ ਦੇ ਨਾਲ ਲਿੰਕ ਹੋ ਕੇ ਬੱਚਿਆਂ ਤੱਕ ਪਹੁੰਚਦੇ ਨੇ। ਤਾਂ ਟੀਚਰ ਜਿਸ ਲਈ ਜੋ ਵੀ ਕੋਈ ਲੈਕਚਰ ਆਪਣੇ ਚਾਹੇ ਕਿਸੇ ਵੀ ਮੀਡੀਆ ਦੇ ਉੱਪਰ ਦਿੰਦਾ ਹੈ ਉਹਦਾ ਲਿੰਕ ਗਵਰਨੈਂਸ ਦੇ ਉੱਪਰ ਵੀ ਅਪਲੋਡ ਕਰਦਾ ਹੈ Sir, ਜਿਹਦੇ ਅਸੀਂ ਨਾਲ safe ਬੱਚਿਆਂ ਨੂੰ enriching ਇੱਕ learning experience provide ਜੇਕਰ ਕਰਨ ਦੀ ਕਿਸੇ ਅਸੀਂ ਬੱਚੇ ਦਾ ਕੋਸ਼ਿਸ਼ ਕੋਈ ਕੀਤੀ ਹੈ। ਨੈਟਵਰਕ ਇਸ਼ੂ ਆ ਤਾਂ ਉਹਦੀ ਜਿਹੜੀ ਹੈਗੀ ਆ Google Meet ਦੀ ਕਲਾਸ ਜਾਂ G Suite ਤੇ ਜੋ ਕਲਾਸ ਆ ਉਹਦੀ ਜੇ ਕਨੈਕਟ ਨਹੀਂ ਹੋ ਪਾ ਰਹੀ ਤਾਂ ਉਹ ਉਹਨੂੰ ਇੱਕ ਜਿਹੜਾ ਅਸਿੰਕਰੋਨਸ ਮੋਡ ਦੇ ਵਿੱਚ ਜਾ ਕੇ ਉੱਥੋਂ ਵੀ ਉਹ ਆਪਣਾ ਕੰਟੈਂਟ ਲੈ ਸਕਦਾ ਹੈ। ਇਸ ਤੋਂ ਇਲਾਵਾ ਸਰ ਡਿਫਰੈਂਟ WhatsApp ਗਰੁੱਪ ਹੈ, ਹਰ ਕਲਾਸ ਲਈ ਇੱਕ WhatsApp ਗਰੁੱਪ ਹੈ ਜਾਂ Telegram ਸੇ ਗਰੁੱਪਸ ਬਣੇ ਹੋਏ ਹੈ ਤੇ ਜਦੋਂ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਕੋਈ ਇਸ਼ੂਜ਼ ਹੈ ਦੇ ਕੈਨ ਕੰਟੈਕਟ the teachers and all ਆਪਣੀ ਕੁਐਰੀਜ਼ ਡਾਲ ਸਕਦੇ ਆ ਤਾਂ ਅਸੀਂ ਟਾਈਮ ਟੂ ਟਾਈਮ whatever queries are there we use to resolve those queries। ਇਨ ਦ ਸੈਂਸ ਸਰ ਅਸੀਂ ਆਪਣਾ ਮਾਈਂਡਸੈਟ ਹੀ ਚੇਂਜ ਕੀਤਾ ਹੈ ਕਿ ਅਸੀਂ ਸਟੂਡੈਂਟਸ ਤੱਕ ਕਿਸ ਤਰ੍ਹਾਂ ਪਹੁੰਚਣਾ ਹੈ ਔਰ ਟੀਚਰਸ ਔਰ ਸਟੂਡੈਂਟਸ ਦੋਨਾਂ ਨੇ ਹੀ ਪੂਰੇ ਐਫਰਟਸ ਕੀਤੇ ਹੈ ਕਿ ਕਿਸੇ ਤਰੀਕੇ ਦੀ ਪ੍ਰੋਬਲਮ ਨਾ ਆਏ। ਇਨੀਸ਼ੀਅਲੀ ਜ਼ਰੂਰ ਹਿਕਅਪ ਸੀਗੇ ਬਟ ਨਾਓ ਵੀ ਹੈਵ ਕਵਰਡ ਵਿਦ ਦੋਜ਼ ਐਂਡ ਵੀ ਆਰ ਟ੍ਰਾਈਂਗ ਟੂ ਸੈਟੀਸਫਾਈ ਆवर ਹੁਣ ਸਟੂਡੈਂਟਸ ਬੜੀ ਵਿਦ ਸਮੂਥ ਚੱਲ ਰਹੀ ਪ੍ਰੋਵਾਈਡਿੰਗ ਹੈ ਆਲ ਦ working, ਕੰਟੈਂਟ। ਮਤਲਬ ਇੰਨਾ ਜ਼ਿਆਦਾ ਰੈਪੋ ਹੋ ਗਿਆ ਬੱਚਿਆਂ ਦਾ ਤੇ ਸਟੂਡੈਂਟਸ ਦਾ ਕਿ ਵੀ ਆਰ ਵੈਰੀ ਕੰਫਰਟੇਬਲ ਵਿਦ ਦਿਸ ਸਰ ਮੋਡ ਆਫ ਵੀ ਆਰ ਰੀਅਲੀ ਮਤਲਬ ਸੈਟੀਸਫਾਈਡ ਕਿ ਅਸੀਂ ਸਿਰਫ ਤੇ ਸਿਰਫ ਜਿਹੜਾ ਐਕੈਡੈਮਿਕ ਪਾਰਟ ਹੀ ਹੈ ਉਹੀ ਕਵਰ ਨਹੀਂ ਕੀਤਾ। ਅਸੀਂ ਬੱਚਿਆਂ ਦੀਆਂ ਸਕਿੱਲਸ ਕੰਪੀਟੈਂਸੀਜ਼ ਉਹਨਾਂ ਦੀ ਆਲ ਰਾਊਂਡ ਡਿਵੈਲਪਮੈਂਟ ਲਈ ਬਹੁਤ ਸਾਰੇ ਆਨਲਾਈਨ ਜਿਹੜੇ ਹੈ ਕੰਪੀਟੀਸ਼ਨਸ ਵੀ ਕਰਾਏ ਨੇ ਤੇ ਦੇਖੋ ਆਨਲਾਈਨ ਜੋ ਕਮਿਊਨਿਟੀ ਨਾਲ ਕਿਵੇਂ ਰਿਲੇਟ ਕਰਨਾ ਅਸੀਂ ਆਪਣੇ ਆਪ ਨੂੰ ਉਹਦੇ ਵਾਸਤੇ ਬਹੁਤ ਸਾਰੇ ਕੰਪੀਟੀਸ਼ਨਸ ਕਰਾਏ ਆ। NSS ਨੇ ਬਹੁਤ ਕੰਮ ਕੀਤਾ ਇਸ ਦੌਰਾਨ। तो ਅਸੀਂ ਟਾਈਮ ਟੂ ਟਾਈਮ ਇਹ ਕੋਸ਼ਿਸ਼ ਕਰਦੇ ਰਹੇ ਹਾਂ ਕਿ ਉਹਨਾਂ ਦਾ ਜਿਹੜਾ ਗਰੂਮਿੰਗ ਹੈ ਪ੍ਰੋਪਰ ਹੋਵੇ, ਆਲ ਰਾਊਂਡ ਡਿਵੈਲਪਮੈਂਟ ਜੇ ਕਨਸੈਪਟ ਅਸੀਂ ਗੱਲ ਕਾਲਜ ਵਿੱਚ ਕਰਦੇ ਹਾਂ ਤਾਂ ਫਿਰ ਅਸੀਂ ਇਸ ਕੋਵਿਡ ਦੇ ਦੌਰਾਨ ਵੀ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਬੱਚਿਆਂ ਦਾ ਨਾਲ ਹਰ ਵੇਲੇ ਕਿਵੇਂ ਰਾਬਤਾ ਬਣਾਇਆ ਜਾਵੇ। ਕਾਫੀ ਕੰਪੀਟੀਸ਼ਨਸ ਵੀ ਸਰ ਅਸੀਂ ਆਰਗੇਨਾਈਜ਼ ਕਰਾਏ ਆਨਲਾਈਨ। ਮੇਨ ਪ੍ਰੋਬਲਮ ਲੱਗਦੀ ਸੀਗੀ ਕਿ ਅਸੀਂ ਕੰਟੈਂਟ ਤਾਂ ਬੱਚਿਆਂ ਨੂੰ ਦੇਤਾ ਪਰ ਅਸੀਂ ਇਹਨਾਂ ਨੂੰ ਇਵੈਲੂਏਟ ਕਿੱਦਾਂ ਕਰਾਂਗੇ। ਇਵੈਲੂਏਸ਼ਨ ਦਾ ਬੜਾ ਵੱਡਾ ਇਸ਼ੂ ਲੱਗਦਾ ਸੀਗਾ, ਇੱਕ ਪ੍ਰੋਬਲਮ ਲੱਗਦੀ ਸੀ। ਬਟ ਐਟ ਪ੍ਰੈਜ਼ੈਂਟ ਜਿਸ ਤਰ੍ਹਾਂ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਐਗਜ਼ਾਮਸ ਲੈ ਰਹੀ ਆ 4th ਸਮੈਸਟਰ ਦੇ ਤੇ ਆਨਲਾਈਨ ਇਵੈਲੂਏਸ਼ਨ ਦੇ ਲਈ ਵੀ ਉਹਨਾਂ ਨੇ ਬੜਾ ਅੱਛਾ ਇੱਕ ਮੈਥਡ ਲੱਭਿਆ ਹੈ ਕਿ ਜਿਸ ਤਰ੍ਹਾਂ ਅਸੀਂ ਕੁਐਸਚਨ ਪੇਪਰ ਯੂਨੀਵਰਸਿਟੀ ਸਾਨੂੰ ਭੇਜਦੀ ਆ, ਅਸੀਂ ਉਹ ਕੁਐਸਚਨ ਪੇਪਰ ਬੱਚਿਆਂ ਨੂੰ ਉਹਨਾਂ ਦੀਆਂ ਮੇਲਸ ਤੇ ਫਾਰਵਰਡ ਕਰਦੇ ਆ ਔਰ ਬੱਚੇ ਆਪਣਾ ਇੱਕ ਜਿਸ ਤਰ੍ਹਾਂ ਪੇਪਰ ਪੈਨ ਦੇ ਨਾਲ ਲਿਖ ਕੇ, ਜਿੱਦਾਂ ਸਾਰਿਆਂ ਕੋਲ ਇੱਕ ਆਨਲਾਈਨ ਦਾ ਫੈਸਿਲਿਟੀ ਨਹੀਂ ਵੀ ਆ ਤਾਂ ਸਿੰਪਲੀ ਆਪਣਾ ਪੇਪਰ ਪੈਨ ਤੇ ਲਿਖ ਕੇ ਆਪਣੀਆਂ PDF ਫਾਈਲਸ ਬਣਾ ਕੇ ਉਹਨੂੰ ਅਪਲੋਡ ਕਰ ਰਹੇ ਨੇ ਔਰ ਫਿਰ ਪ੍ਰੋਪਰ ਐਗਜ਼ਾਮੀਨੇਸ਼ਨ ਪੈਟਰਨ ਨਾਲ ਹੀ ਉਹਨਾਂ ਦੀ ਇਵੈਲੂਏਸ਼ਨ ਹੋ ਰਹੀ ਹੈ। ਇਹ ਆਪਾਂ ਗੱਲ ਕਰ ਰਹੇ ਸੀਗੇ ਕੋਵਿਡ-19 ਦੇ ਵਿੱਚ ਆਉਂਦੀਆਂ ਸਮੱਸਿਆਵਾਂ ਦੀ। ਹੁਣ ਚੰਗੇ ਅਧਿਆਪਕ ਜਿੱਦਾਂ ਤੁਸੀਂ ਬਹੁਤ ਸਮਾਜ ਨੂੰ ਦਿੱਤੇ ਵੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਕੀ ਪਲੈਨਿੰਗਸ ਨੇ ਕਿ ਤੁਸੀਂ ਹੋਰ ਅਧਿਆਪਕ ਨੂੰ ਭਰ ਕੇ ਭੇਜੋਗੇ? ਸਰ ਦੇਖੋ ਜਿਸ ਤਰ੍ਹਾਂ ਕੋਵਿਡ-19 ਦਾ ਟਾਈਮ ਆਇਆ ਇਹਨੇ ਸਾਨੂੰ ਬਹੁਤ ਸਾਰੀਆਂ ਪੋਸੀਬਿਲਿਟੀ ਸਾਡੇ ਸਾਹਮਣੇ ਰੱਖ ਦਿੱਤੀਆਂ ਔਰ ਜਿਹੜਾ ਵਰਚੁਅਲ ਕਲਾਸਰੂਮਸ ਦਾ ਜਿਹੜਾ ਟ੍ਰੈਂਡ ਹੈ ਇਹਨੇ ਇੰਨਾ ਮੋਮੈਂਟਮ ਹੁਣ ਗੇਨ ਕਰ ਲਿਆ। ਕਈ ਪੋਸੀਬਿਲਿਟੀਜ਼ ਇਸ ਤਰ੍ਹਾਂ ਦੀਆਂ ਸੀਗੀਆਂ ਜਿਨ੍ਹਾਂ ਨੂੰ ਹੁਣ ਤੱਕ ਅਸੀਂ ਐਕਸਪਲੋਰ ਹੀ ਨਹੀਂ ਸੀ ਕਰ ਪਾਏ ਬਟ ਨਾਓ ਥੀਸ ਵਰਚੁਅਲ ਕਲਾਸਰੂਮਸ ਥੀਸ ਆਨਲਾਈਨ ਐਂਡ ਆਫਲਾਈਨ ਮੋਡ ਆਫ ਐਜੂਕੇਸ਼ਨ ਇਹ ਸਾਨੂੰ ਬਹੁਤ ਕੁਝ ਨਵਾਂ ਸਿਖਾ ਰਹੀ ਹੈ ਔਰ ਵਰਚੁਅਲ ਕਲਾਸਰੂਮਸ ਔਰ ਜਿਹੜੇ ਅਸੀਂ ਇਹ ਯੂਜ਼ ਕਰਦੇ ਪਏ ਹਾਂ ਆਪਣੇ ਆਨਲਾਈਨ ਟੀਚਿੰਗ ਇਹੀ ਸਾਡਾ ਫਿਊਚਰ ਹੈ ਆਉਣ ਵਾਲੇ ਟਾਈਮ। ਨੋ ਡਾਊਟ ਕਿ ਅਸੀਂ ਕਲਾਸਰੂਮ ਟੀਚਿੰਗ ਨੂੰ ਰਿਪਲੇਸ ਨਹੀਂ ਕਰ ਸਕਦੇ ਬਟ ਇਹ ਵਰਚੁਅਲ ਕਲਾਸਰੂਮ ਨੇ ਸਾਨੂੰ ਨਵੀਆਂ ਪੋਸੀਬਿਲਿਟੀਜ਼ ਦਿੱਤੀਆਂ। ਕਹਿ ਸਕਦੇ ਹਾਂ ਕਿ ਇੱਕ ਅਸੀਂ ਬਲੈਂਡਡ ਮੈਥਡ ਨੂੰ ਅਡਾਪਟ ਕਰਾਂਗੇ ਜਿਹਦੇ ਵਿੱਚ ਅਸੀਂ ਜਿਹੜਾ ਟੈਕਨੋਲੋਜੀ ਨੂੰ ਵੀ ਯੂਜ਼ ਕਰਾਂਗੇ ਪਲੱਸ ਆਉਣ ਵਾਲੇ ਟਾਈਮ ਦੇ ਵਿੱਚ ਨਾਲ ਫੇਸ ਟੂ ਫੇਸ ਕਲਾਸਿਸ ਵੀ ਹੋਣਗੀਆਂ ਜਿੱਦਾਂ ਫਲਿਪਡ ਕਲਾਸਰੂਮ ਦਾ ਮੈਥਡ ਆ ਕਿ ਅਸੀਂ ਉਹਨਾਂ ਨੂੰ ਕੰਟੈਂਟ ਭੇਜਾਂਗੇ ਵੀ ਕਿ ਉਹ ਆਪਣਾ ਪਹਿਲੇ ਸਟੱਡੀ ਕਰਨ ਫਿਰ ਨੈਕਸਟ ਡੇ ਅਸੀਂ ਕਲਾਸਰੂਮ ਡਿਸਕਸ਼ਨਸ ਵੀ ਕਰਾਂਗੇ। ਆਉਣ ਵਾਲੇ ਟਾਈਮ 'ਚ ਇਦਾਂ ਦੀਆਂ ਮੈਥਡੋਲੋਜੀਜ਼ ਜਿਹੜੀਆਂ ਨੇ ਉਹਨਾਂ ਨੂੰ ਟੀਚਰ ਈਜ਼ੀਲੀ ਅਡਾਪਟ ਕਰਨਗੇ। ਜਿਵੇਂ ਪਹਿਲਾਂ ਅਸੀਂ ਟੈਕਨੋਲੋਜੀ ਬਾਰੇ ਬਹੁਤ ਪੜ੍ਹਦੇ ਸੀਗੇ ਪਰ ਉਹ ਥਿਓਰੈਟਿਕਲੀ ਹੀ ਰਹਿ ਜਾਂਦਾ ਹੈ ਜਾਂ ਬੱਚਿਆਂ ਲਈ ਇੱਕ ਟੈਕਨੋਲੋਜੀ ਦਾ ਕਨਸੈਪਟ ਰਹਿ ਜਾਂਦਾ ਹੈ ਕਿ ਇਹ ਵੀ ਇੱਕ ਮੈਥਡ ਹੈ ਜਿਹੜਾ ਬਟ ਹੁਣ ਉਹ ਐਕਚੁਅਲ ਪ੍ਰੈਕਟਿਸ ਦੇ ਵਿੱਚ ਆਇਆ ਹੈ।
ਕੰਸਟਰਕਟਿਵਿਜ਼ਮ ਅਪਰੋਚ ਹੁਣ ਅਪਲਾਈ ਹੋ ਰਿਹਾ। ਅਸੀਂ ਇੱਕ ਗਾਈਡ ਦੀ ਤਰ੍ਹਾਂ ਕੰਮ ਕਰ ਰਹੇ ਹਾਂ, ਕਾਲਜ 'ਚ ਬੈਠੇ ਵੀ ਆਰ ਅ ਗਾਈਡ ਆਫ ਦ ਸਟੂਡੈਂਟ। ਅਸੀਂ ਉਹਨਾਂ ਨੂੰ ਦੱਸ ਰਹੇ ਰਿਸੋਰਸਿਸ ਕਿੱਥੋਂ ਐਕਸਪਲੋਰ ਕਰਨੇ, ਕੀ ਕਰਨਾ ਹੈਗਾ, ਤੇ ਕੰਸਟਰਕਟਿਵਿਜ਼ਮ ਹੁਣ ਅਪਲਾਈ ਹੋ ਰਿਹਾ। ਬੱਚੇ ਐਕਸਪਲੋਰ ਖੁਦ ਕਰ ਰਹੇ ਔਰ ਬੱਚੇ ਖੁਦ ਆਪਣਾ ਕੰਮ ਕਰਕੇ ਪ੍ਰੋਜੈਕਟ ਮੈਥਡ ਦੇ ਨਾਲ, ਅਸਾਈਨਮੈਂਟ ਮੈਥਡ ਦੇ ਨਾਲ ਉਹ ਆਪਣਾ ਕੰਮ ਜਿਹੜਾ ਉਹ ਸਬਮਿਟ ਕਰ ਰਹੇ ਔਰ ਟੀਚਰਸ ਉਹਨਾਂ ਨੂੰ ਬੜੇ ਅੱਛੇ ਤਰੀਕੇ ਨਾਲ ਵਿਦ ਦਾ ਹੈਲਪ ਆਫ ਨਿਊ ਐਪਸ ਐਂਡ ਨਿਊ ਟੈਕਨੀਕਸ ਉਹਨਾਂ ਨੂੰ ਇਵੈਲੂਏਟ ਕਰ ਰਹੇ ਆ, ਫੀਡਬੈਕ ਦੇ ਰਹੇ ਆ। ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਪਹਿਲਾਂ ਆਰਥਿਕ ਹਾਲਾਤਾਂ ਦੀ ਗੱਲ ਕਰ ਰਹੇ ਸੀਗੇ ਕਿ ਇੱਕ ਅਧਿਆਪਕ ਦੇ ਆਰਥਿਕ ਹਾਲਾਤ ਥੋੜੇ ਵਧੀਆ ਹੋਣੇ ਚਾਹੀਦੇ ਆ, ਚੰਗੀ ਪੇ ਮਿਲਣੀ ਚਾਹੀਦੀ ਆ। ਇਦਾਂ ਇੱਕ ਅਧਿਆਪਕ ਨੂੰ ਅਖੀਰ ਤੱਕ ਗਿਆਨ ਵੀ ਨਾਲ ਦੀ ਨਾਲ ਵਾਧਾ ਕਰਦੇ ਰਹਿਣਾ ਚਾਹੀਦਾ। ਬਿਲਕੁਲ ਠੀਕ ਤੁਸੀਂ ਕਹਿ ਰਹੇ ਸਨ, ਗਿਆਨ ਤੋਂ ਬਿਨਾਂ ਤਾਂ ਅਸੀਂ ਅੱਗੇ ਚੱਲ ਹੀ ਨਹੀਂ ਸਕਦੇ ਨਾ। ਤਾਂ ਜਿਹੜਾ ਅਧਿਆਪਕ ਹੈ ਵੈਸੇ ਹੀ ਉਹ ਇੱਕ ਲੈਂਪ ਦੀ ਤਰ੍ਹਾਂ ਹੈ, ਜਿੰਨੀ ਦੇਰ ਤੱਕ ਉਹ ਲੈਂਪ ਖੁਦ ਜਲਦਾ ਰਹੇਗਾ ਉਨੀ ਦੇਰ ਤੱਕ ਹੀ ਉਹ ਗਿਆਨ ਨੂੰ ਉਸਨੂੰ ਅੱਗੇ ਵੰਡ ਸਕਦਾ ਹੈ। ਜਿੰਨੀ ਸਰ ਸੋ ਲਾਈਫ ਲੌਂਗ ਲਰਨਿੰਗ ਹੈ ਜਿਹੜੀ ਅਧਿਆਪਕ ਦੇ ਸਰਵਿਸ ਵੀ ਸਰ ਇੱਕ ਜਿਹੜੀ ਚੀਜ਼ ਹੈ ਨਾ ਗਲੋਬਲਾਈਜੇਸ਼ਨ, ਤੇ ਗਲੋਬਲਾਈਜੇਸ਼ਨ ਹੈ ਤੇ ਗਲੋਬਲ ਅਵੇਅਰਨੈਸ ਇਜ਼ ਵੈਰੀ ਇੰਪੋਰਟੈਂਟ। ਤੇ ਜਦ ਤੱਕ ਟੀਚਰ ਗਲੋਬਲੀ ਅਵੇਅਰ ਨਹੀਂ ਹੋਏਗਾ, ਟੀਚਰ ਕੈਨ ਨਾਟ ਟ੍ਰੇਨ देयर ਸਟੂਡੈਂਟਸ ਫॉर ਗਲੋਬਲ ਸਰਵਾਈਵਲ। ਚੰਗੇ ਟੀਚਰ ਲਈ ਇੱਕ ਖੇਡਾਂ ਦਾ ਸਾਥ ਹੋਣਾ ਵੀ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਸਰ, ਬਹੁਤ ਜ਼ਰੂਰੀ। ਜਿੰਨੀ ਦੇਰ ਤੱਕ ਅਸੀਂ ਫਿਜ਼ੀਕਲੀ ਫਿਟ ਨਹੀਂ ਆ ਤਾਂ ਮੈਂਟਲੀ ਅਸੀਂ ਫਿਟ ਨਹੀਂ ਹੋ ਸਕਦੇ। ਸਾਊਂਡ ਮਾਈਂਡ ਰਿਜ਼ਾਈਡਸ ਇਨ ਅ ਸਾਊਂਡ ਬਾਡੀ, ਅਸੀਂ ਆਮ ਤੌਰ ਤੇ ਪੜ੍ਹਦੇ ਹਾਂ। ਇਸੇ ਕਰਕੇ ਸਾਡੇ ਕਾਲਜ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਯੋਗਾ ਐਕਸਰਸਾਈਜ਼ਸ ਬੱਚਿਆਂ ਨੂੰ ਟਾਈਮ ਟੂ ਟਾਈਮ ਕਰਾਈਆਂ ਜਾਣ। ਇਸੇ ਤਰ੍ਹਾਂ ਸਪੋਰਟਸ ਡੇ ਸੈਲੀਬ੍ਰੇਸ਼ਨਸ ਹੈ, ਮਾਰਨਿੰਗ ਦੇ ਵਿੱਚ ਮੈਡੀਟੇਸ਼ਨ ਹੈ। ਸੋ ਇਹ ਸਾਡਾ ਪਰਪਸ ਇਹੀ ਹੈ ਕਿ ਬੱਚਿਆਂ ਨੂੰ ਫਿਜ਼ੀਕਲੀ ਵੀ ਫਿਟ ਰੱਖੀਏ ਐਂਡ ਮੈਂਟਲੀ ਵੀ ਫਿਟ ਸਾਡੇ ਰੱਖੀਏ। ਕਾਲਜ ਦਾ ਇੱਕ ਮੈਡੀਟੇਸ਼ਨ ਰੂਮ ਵੀ ਬਣਾਇਆ ਗਿਆ ਸਪੈਸ਼ਲੀ। ਉਹ ਜ਼ਰੂਰੀ ਨਹੀਂ ਟੀਚਰਸ ਲਈ ਹੈ, ਬੱਚੇ ਜਾ ਸਕਦੇ, ਹੂ ਐਵਰ ਫੀਲ, ਤੇ ਕੋਈ ਵੀ ਜਾ ਕੇ ਉੱਥੇ ਮੈਡੀਟੇਟ ਕਰ ਸਕਦਾ। ਤੇ ਸਵੇਰੇ ਉੱਥੇ ਸ਼ਬਦ ਲੱਗੇ ਹੁੰਦੇ, ਸਭ ਕੁਝ ਬੜਾ ਇੱਕ ਚੰਗਾ ਮਾਹੌਲ ਬਣਦਾ ਹੈ ਤੇ ਬੱਚੇ ਬਹੁਤ ਐਪਰੀਸ਼ੀਏਟ ਕਰਦੇ। ਕਈ ਵਾਰ ਇਸ ਚੀਜ਼ ਨੂੰ ਜਦੋਂ ਸਟ੍ਰੈਸਡ ਹੁੰਦੇ ਜਾਂ ਟੈਨਸ਼ਨ ਚ ਹੁੰਦੇ ਆ ਜਾਂ ਟੀਚਰਸ ਹੁੰਦੇ ਆ, ਹਰ ਕਿਸੇ ਦੀ ਲਾਈਫ ਨਾਲ ਕੁਝ ਨਾ ਕੁਝ ਤੇ ਚੱਲਦਾ ਹੀ ਰਹਿੰਦਾ ਹੈ। ਤੇ ਦੇ ਯੂਜ਼ ਟੂ ਗੋ ਓਵਰ देयर ਐਂਡ ਦੇ ਯੂਜ਼ ਟੂ ਸਿਟ ਐਂਡ ਫੀਲ ਕਾਮ ਐਂਡ ਤਿਆਰ ਹੋ ਜਾਂਦੇ ਸਾਰੇ ਦਿਨ ਦੇ ਕੰਮ ਲਈ। ਅੱਜ ਕੱਲ ਜਿੱਦਾਂ ਮੈਮ ਐਡਮਿਸ਼ਨਸ ਸਿਰਫ ਉਹਨਾਂ ਕਾਲਜਿਸ ਦੇ ਵਿੱਚ ਹੀ ਹੋ ਰਹੀਆਂ ਵਾ ਜਿਹੜੇ ਨਾਮੀ ਕਾਲਜ ਨੇ। ਤੁਹਾਨੂੰ ਤੇ ਤੁਹਾਡੇ ਕਾਲਜ ਨੂੰ ਕੋਈ ਦਿੱਕਤ ਨਹੀਂ ਆ ਰਹੀ? ਜੇ ਆ ਰਹੀ ਹੈ ਤਾਂ ਤੁਸੀਂ ਕਿੱਦਾਂ ਇਹਨੂੰ ਹੈਂਡਲ ਕਰਦੇ ਹੋ? ਨਹੀਂ ਸਰ, ਕੋਵਿਡ-19 ਦੇ ਸਟਾਰਟਿੰਗ ਤੇ ਸਾਨੂੰ ਤਾਂ ਐਡਮਿਸ਼ਨਸ ਦੀਆਂ ਪ੍ਰੋਬਲਮ ਜ਼ਰੂਰ ਆਈਆਂ ਔਰ ਸਟਾਰਟਿੰਗ ਦੇ ਵਿੱਚ ਐਡਮਿਸ਼ਨ ਪ੍ਰੋਸੈਸ ਬਹੁਤ ਸਲੋ ਰਿਹਾ। ਪਰ ਅਸੀਂ ਡਿਫਰੈਂਟ ਪਲੇਟਫਾਰਮਸ ਨੂੰ ਯੂਜ਼ ਕਰਕੇ, ਸੋਸ਼ਲ ਪਲੇਟਫਾਰਮਸ ਨੂੰ ਔਰ ਕਮਿਊਨੀਕੇਸ਼ਨ ਚੈਨਲਸ ਨੂੰ ਜਿਹੜਾ ਆਪਣਾ ਯੂਜ਼ ਕੀਤਾ ਔਰ ਉਹਦੇ ਅਕੋਰਡਿੰਗਲੀ ਅਸੀਂ ਆਪਣੇ ਕੋਰਸਿਸ ਜਿਹੜੇ ਹੈ ਉਹ ਉਹਨਾਂ ਬਾਰੇ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਹੈ ਟੂ ਆਲ ਦ ਜਿਹੜੇ ਸਿਟੀਜ਼ਨਸ ਹੈ। ਔਰ ਨਾਓ ਵੀ ਆਰ ਕੁਆਇਟ ਕੰਫਰਟੇਬਲ ਔਰ ਸਾਡੀ ਜਿਹੜੀ BA BEd ਦੀ ਐਡਮਿਸ਼ਨ ਔਰ BSc BEd ਦੀ ਐਡਮਿਸ਼ਨ ਜਿਹੜੀ ਆਲਮੋਸਟ ਕੰਪਲੀਟ ਹੋ ਚੁੱਕੀ ਹੈ ਔਰ ਅਸੀਂ ਆਪਣੀ ਕਲਾਸਿਸ ਵੀ ਸਟਾਰਟ ਕਰ ਦਿੱਤੀਆਂ। ਔਰ ਰਿਲੇਟਿਡ ਟੂ ਜਿਹੜੀਆਂ ਕਹਿ ਦਿਓ ਜੀ ਜਿਹੜੇ ਪੁਰਾਣੇ ਸਮੈਸਟਰ ਆ ਉਹਨਾਂ ਦੀ ਕਲਾਸਿਸ ਤੇ ਅਸੀਂ ਰਾਈਟ ਫਰੋਮ ਦ ਬਿਗਨਿੰਗ ਆਫ ਦ ਜਿਹੜਾ ਐਕੈਡੈਮਿਕ ਈਅਰ ਸੀਗਾ ਉਹ ਅਸੀਂ ਆਲਰੇਡੀ ਜਿਹੜੀਆਂ ਸਟਾਰਟ ਕਰ ਚੁੱਕੇ ਸਰ ਸਾਡੀਆਂ ਐਡਮਿਸ਼ਨਸ ਆਲਮੋਸਟ ਹੁਣ ਫੁੱਲ ਹੈ ਇਸ ਟਾਈਮ ਤੇ। ਅਸੀਂ ਬੜੇ ਮਤਲਬ ਵੀ ਫੀਲ ਪ੍ਰਾਊਡ ਕਿ ਬੱਚੇ ਖੁਦ ਆ ਰਹੇ ਆ। ਅਸੀਂ ਕੰਫਰਟ ਇਹ ਸਰ ਫੀਲ ਹੋ ਗਿਆ ਨੇ, ਪਰ ਫਿਰ ਵੀ ਸਾਡੇ ਕੋਲ ਬੱਚੇ ਆ ਰਹੇ ਇੱਕ ਸਮਾਂ ਸੀਗਾ ਕਿ ਹੋ ਰਿਹਾ ਹੈ। ਇੱਕ ਸਮਾਂ ਸੀਗਾ BEd ਦੇ ਵਿੱਚ ਐਡਮਿਸ਼ਨ ਲੈਣ ਲਈ ਤਤਪਰ ਸੀਗੇ ਬੱਚੇ, ਲਾਈਨਸ ਲੱਗੀਆਂ ਹੁੰਦੀਆਂ ਸੀਗੀਆਂ। ਅੱਜ ਸਮਾਂ ਆ ਗਿਆ ਕਿ ਆਪਾਂ ਨੂੰ ਪੂਰਾ ਸੀਟਸ ਫਿਲ ਕਰਨੀਆਂ ਤਾਂ ਲੈਵਲ ਕਿਤੇ ਨਾ ਕਿਤੇ ਤਾਂ ਠਾਹ ਨੂੰ ਜਾ ਰਿਹਾ ਸੀਗਾ ਨਾ। ਅੱਛਾ ਮੈਮ, ਮੈਨੂੰ ਇੱਕ ਗੱਲ ਦੱਸਿਓ ਕਿ ਜਿਹੜੇ ਅਧਿਆਪਕ ਦੀ ਸ਼ੁਰੂਆਤ ਦਿਨ ਦੀ ਕਿੱਥੋਂ ਹੋਣੀ ਚਾਹੀਦੀ ਹੈ? ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਇੱਕ ਅਧਿਆਪਕ ਇੱਕ ਲੈਂਪ ਹੈ, ਬਾਰ-ਬਾਰ ਅਸੀਂ ਕਹਿੰਦੇ ਹਾਂ ਇੱਕ ਕੈਂਡਲ ਹੈ, ਸਾਰਿਆਂ ਨੂੰ ਗਾਈਡ ਕਰਦਾ ਹੈ। ਤਾਂ ਉਹਦੇ ਵਿੱਚ ਇੱਕ ਤਾਂ ਸੈਲਫ ਇਲੂਮੀਨੇਸ਼ਨ ਤਾਂ ਬਹੁਤ ਜ਼ਰੂਰੀ ਹੈ। ਮਤਲਬ ਅਸੀਂ ਸੈਲਫ ਅਵੇਅਰਨੈਸ ਕਹਿੰਦੇ ਹਾਂ, ਸੈਲਫ ਇਲੂਮੀਨੇਟ ਆਪਣੇ ਆਪ ਨੂੰ ਕਰਨਾ। ਉਹਦਾ ਅੰਦਰ ਜਾਗਰਣ ਹੋਣਾ ਚਾਹੀਦਾ ਕਿ ਉਹਨੂੰ ਖੁਦ ਪਤਾ ਹੋਣਾ ਚਾਹੀਦਾ ਕਿ ਮੈਂ ਆਪਣੇ ਵਿਦਿਆਰਥੀਆਂ ਨੂੰ ਜਾ ਕੇ ਮਿਲਣਾ ਵੈ ਐਂਡ ਉਸ ਲਈ ਉਹ ਮੈਂਟਲੀ ਪ੍ਰੀਪੇਅਰਡ ਹੋਣਾ ਚਾਹੀਦਾ ਵੈ, ਫਿਜ਼ੀਕਲੀ ਰੈਡੀ ਹੋਣਾ ਚਾਹੀਦਾ ਵੈ। ਉਹਦੇ 'ਚ ਇੰਨਾ ਕੋਈ એનર્ਜੀ ਲੈਵਲ ਹੋਣਾ ਚਾਹੀਦਾ ਵੈ ਕਿ ਉਹ ਬੱਚਿਆਂ 'ਚ ਉਹ એનર્ਜੀ, ਉਹ ਮੋਟੀਵੇਸ਼ਨ ਪਾੜ ਸਕੇ, ਉਹਨਾਂ ਨੂੰ ਇਨਸਪੀਰੇਸ਼ਨ ਦੇ ਸਕੇ। ਸੋ ਮੈਂ ਸਮਝਦੀ ਹਾਂ ਕਿ ਜਿਹੜਾ ਅਧਿਆਪਕ ਹੈ ਜੇ ਖੁਦ ਭਰਿਆ ਹੋਇਆ ਨਹੀਂ ਹੈ ਤੇ ਉਹ ਆਪਣੇ ਵਿਦਿਆਰਥੀਆਂ ਨੂੰ ਕੁਝ ਵੀ ਟ੍ਰਾਂਸਫਰ ਨਹੀਂ ਕਰ ਸਕਦਾ। ਖਾਲੀ ਘੜੇ ਦੇ ਨਾਲ ਅਧਿਆਪਕ ਦੀ ਆਪਣੀ ਸੈਲਫ ਡਿਸਕਵਰੀ ਨਹੀਂ ਆ ਤਾਂ ਉਹ ਇੱਕ ਸਟੇਬਲ ਬਿਹੇਵੀਅਰ ਨਹੀਂ ਕਰ ਸਕਦਾ। ਉਹ ਹੋਏਗਾ ਕਿ ਅੱਜ ਉਹ ਗੁੱਸੇ 'ਚ, ਅੱਜ ਉਹ ਖੁਸ਼ ਹੈ, ਅੱਜ ਟੀਚਰ ਦਾ ਮੂਡ ਵਧੀਆ ਪੜ੍ਹਾਏਗੀ, ਅੱਜ ਟੀਚਰ ਨੂੰ ਕਿਸੇ ਨੇ ਬੁਰਾ ਕਹਿਤਾ ਜੋ ਮਾੜਾ ਪੜ੍ਹਾਏਗੀ। ਇਹ ਟੀਚਰ ਨਹੀਂ ਆ, ਇਹ ਟੀਚਰ ਦੀ ਪਰਸਨੈਲਿਟੀ ਨਹੀਂ ਆ। ਟੀਚਰ ਦੀ ਪਰਸਨੈਲਿਟੀ ਆ ਕਿ ਉਹ ਹਮੇਸ਼ਾ ਕੂਲ, ਪੇਸ਼ੈਂਸ ਉਹਦੇ ਵਿੱਚ ਹੋਵੇ, ਉਹਦੇ ਵਿੱਚ ਚਾਹੇ ਆਊਟਰ ਸਰਕਮਸਟੈਂਸਸ ਉਹਦੇ ਜੋ ਵੀ ਹੋਣ, ਪਰ ਉਹਦਾ ਕੀ ਆ ਕਿ ਉਹ ਇਨਰ ਤੌਰ ਤੇ ਬਿਲਕੁਲ ਬੈਲੈਂਸਡ ਹੋਣਾ ਚਾਹੀਦਾ ਜਿਹਦੇ ਨਾਲ ਉਹਦੇ ਬੱਚੇ ਨਾ ਸਫਰ ਕਰਨ। ਇੱਕ ਮੈਂ ਐਡ ਕਰਨਾ ਚਾਹਾਂਗੀ ਕਿ ਪੋਜ਼ਿਟਿਵਿਟੀ ਇਜ਼ ਵੈਰੀ ਇੰਪੋਰਟੈਂਟ ਫॉर एवरीथिंग। ਤੇ ਜਦੋਂ ਸਵੇਰੇ ਅਸੀਂ ਉੱਠਦੇ ਇੰਟਰੋਸਪੈਕਟ ਕਰਦੇ ਆ, ਪਰ ਇਹ ਕਰਨਾ ਚਾਹੀਦਾ ਕੱਲ ਮੈਂ ਚੰਗੇ ਕੰਮ ਕੀ ਕੀਤੇ ਤੇ ਉਹਨਾਂ ਮੈਨੂੰ ਕਿੰਨੀ ਸੈਟੀਸਫੈਕਸ਼ਨ ਮਿਲੀ। ਜਦੋਂ ਤੁਸੀਂ ਸੈਲਫ ਇਵੈਲੂਏਟ ਕਰੋਗੇ ਮੈਂ ਚੰਗਾ ਕੀ ਕੀਤਾ, ਮੈਂ ਮਾੜਾ ਕੀ ਕੀਤਾ ਤੇ ਕੀ ਮੈਂ ਨਹੀਂ ਕਰਨਾ ਤੇ ਕੀ ਮੈਂ ਕਰਨਾ ਹੈ, ਤੇ ਜਦੋਂ ਉੱਥੋਂ ਸ਼ੁਰੂਆਤ ਕਰਦੇ ਹੋ ਤੇ ਉਹ ਮੇਰੇ ਖਿਆਲ ਸਭ ਤੋਂ ਬੈਸਟ ਸ਼ੁਰੂਆਤ ਹੈ। ਆਪਣੇ ਆਪ ਦੇ ਵਿੱਚ ਟੀਚਰ ਨੂੰ ਇਹੋ ਜਿਹੇ ਗੁਣ ਧਾਰਨ ਕਰਨੇ ਚਾਹੀਦੇ ਆ ਕਿ ਜੋ ਉਹਦੇ ਬੱਚਿਆਂ ਦੇ ਵਿੱਚ ਆਪਣੇ ਆਪ ਹੀ ਆ ਜਾਣ, ਟੀਚਰ ਨੂੰ ਦੇਖ ਕੇ ਹੀ ਆ ਜਾਣ। ਟੀਚਰ ਨੂੰ ਇਹ ਕਹਿਣਾ ਨਾ ਪਵੇ ਕਿ ਤੁਸੀਂ ਏਦਾਂ ਕਰੋ, ਤੁਸੀਂ ਏਦਾਂ ਕਰੋ। ਉਹਨੂੰ ਦੇਖ ਕੇ ਇੱਕ ਰੋਲ ਮਾਡਲ ਬਣਨ ਦੀ
ਦੀ ਜ਼ਰੂਰਤ ਆ ਕਿ ਬੱਚੇ ਉਹਨੂੰ ਦੇਖ ਕੇ ਸਿੱਖਣ, ਉਹਦੇ ਸ਼ਬਦਾਂ ਤੋਂ ਨਾ ਸਿੱਖਣ। ਮੈਮ ਤੁਸੀਂ ਦੱਸਿਓ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿਹੜੇ ਵੁੱਡ ਬੀ ਟੀਚਰ ਨੇ ਅੱਜ ਤੁਹਾਡੇ ਕੋਲ ਜਿਹੜੇ ਤਾਲੀਮ ਲੈ ਰਹੇ ਨੇ, ਉਹ ਜਦੋਂ ਬਾਹਰ ਜਾਣਗੇ ਉਹਨਾਂ ਦੇ ਵਿੱਚ ਕੀ ਵੇਖਣਾ ਚਾਹੁੰਦੇ ਹੋ ਕਿ ਕਿੱਦਾਂ ਦੇ ਅਧਿਆਪਕ ਸਮਾਜ 'ਚ ਵਿਚਰਨ? ਸਰ, ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਅਧਿਆਪਕ ਜਿਹੜਾ ਹੈ ਉਹਨੂੰ ਜ਼ਿਆਦਾ ਆਨਰ ਦੀ ਜ਼ਰੂਰਤ ਹੈ ਦੇਣ ਦੀ, ਕਿਉਂਕਿ ਅਧਿਆਪਕ ਇੱਕ ਬੱਚੇ ਨੂੰ ਤਿਆਰ ਕਰਦਾ ਹੈ, ਉਹਨੂੰ ਪੂਰਨ ਕਰਦਾ ਹੈ। ਠੀਕ ਹੈ, ਤਾਂ ਸਾਡੇ ਸਮਾਜ ਦੇ ਵਿੱਚ ਜਦੋਂ ਅਸੀਂ ਐਜੂਕੇਟ ਕਰਨਾ ਹੈ, ਆਉਣ ਵਾਲੇ ਅਧਿਆਪਕਾਂ ਨੂੰ ਐਜੂਕੇਟ ਕਰਨਾ ਹੈ, ਤਾਂ ਸਭ ਤੋਂ ਇੰਪੋਰਟੈਂਟ ਹੈ ਕਿ ਉਹਨਾਂ ਵਿੱਚ ਮੋਰਲ ਵੈਲਿਊਜ਼ ਡਿਵੈਲਪ ਕੀਤੀਆਂ ਜਾਣ। ਨਾਲ ਦੇ ਨਾਲ ਸਰ ਜਿਹੜੀ ਪ੍ਰੋਫੈਸ਼ਨਲ ਡਿਵੈਲਪਮੈਂਟ ਹੈ ਉਹ ਵੀ ਬਹੁਤ ਇੰਪੋਰਟੈਂਸ ਜਿਹੜੀ ਆਕੂਪਾਈ ਕਰਦੀ ਹੈ। ਸੋ ਇੱਕ ਟੀਚਰ ਨੂੰ ਆਪਣੀਆਂ ਜਿਹੜੀਆਂ ਸਕਿੱਲਸ ਹੈ, ਆਪਣੀਆਂ ਕੈਪੇਬਿਲਿਟੀਜ਼ ਹੈ, ਉਹਨਾਂ ਨੂੰ ਜਿਹੜਾ ਹੋਨ ਕਰਨਾ ਚਾਹੀਦਾ ਫਰੋਮ ਟਾਈਮ ਟੂ ਟਾਈਮ। ਔਰ ਅਸੀਂ ਇਹ ਦੇਖਿਆ ਕਿ ਆਉਣ ਵਾਲਾ ਟਾਈਮ ਜਿਹੜਾ ਹੁਣ ਆਨਲਾਈਨ ਟੀਚਿੰਗ ਦਾ ਹੈ, ਟੈਕਨੋਲੋਜੀ ਨੇ ਸਾਨੂੰ ਬਹੁਤ ਸਾਰੇ ਜਿਹੜੇ ਚੈਲੰਜਸ ਪ੍ਰੋਵਾਈਡ ਕੀਤੇ ਹੈ ਔਰ ਇੱਕ ਅੱਛਾ ਜਿਹੜਾ ਮੋਡ ਆਫ ਲਰਨਿੰਗ ਬਣ ਰਿਹਾ। ਸੋ ਆਪਣੇ ਆਪ ਨੂੰ ਇਹਦੇ ਵਿੱਚ ਵੀ ਸਾਨੂੰ ਐਨਰਿਚ ਕਰਨਾ ਪਏਗਾ। ਇਹਦੇ ਵਿੱਚ ਮੈਂ ਇਹ ਵੀ ਐਡ ਕਰਨਾ ਚਾਹੁੰਦੀ ਹਾਂ ਕਿ ਇੱਕ ਟੀਚਰ ਦੇ ਵਿੱਚ ਪ੍ਰੋਫੈਸ਼ਨਲ ਡਿਵੈਲਪਮੈਂਟ ਦੇ ਨਾਲ ਨਾਲ ਅਕਾਊਂਟੇਬਿਲਿਟੀ ਵੀ ਹੋਣੀ ਚਾਹੀਦੀ ਆ, ਕਿਉਂਕਿ ਇੱਕ ਟੀਚਰ ਅਗਰ ਅਕਾਊਂਟੇਬਲ ਹੋਏਗਾ ਤਾਂ ਹੀ ਉਹ ਪੇਰੈਂਟਸ ਨੂੰ ਆਨਸਰ ਕਰ ਸਕਦਾ ਹੈ, ਤਾਂ ਹੀ ਆਪਣੀ ਐਡਮਿਨਿਸਟ੍ਰੇਸ਼ਨ ਨੂੰ ਆਨਸਰ ਕਰ ਸਕਦਾ ਹੈ, ਤਾਂ ਹੀ ਆਪਣੇ ਸਟੂਡੈਂਟਸ ਦੇ ਨਾਲ ਜਸਟਿਸ ਕਰ ਸਕਦਾ, ਔਰ ਈਵਨ ਆਪਣੇ ਆਪ ਦੇ ਨਾਲ ਵੀ ਉਹ ਇੱਕ ਜਸਟਿਸ ਕਰ ਸਕਦਾ ਅਗਰ ਉਹ ਅਕਾਊਂਟੇਬਲ ਆ ਤੇ ਇੱਕ ਹੋਰ ਚੀਜ਼ ਹੈ ਕਿ ਜਿਹੜਾ ਹੈਗਾ ਕੁਆਂਟੀਟੀ ਤੇ ਨਹੀਂ ਕੁਆਲਿਟੀ ਤੇ ਜ਼ੋਰ ਦੇਣਾ ਚਾਹੀਦਾ ਹੈ, ਤੇ ਕੁਆਲਿਟੀ ਤਾਂ ਹੀ ਇੰਪਰੂਵ ਹੋ ਸਕਦੀ ਜੇ ਟੀਚਰ ਆਪਣੇ ਆਪ ਨੂੰ ਅਪਡੇਟ ਕਰਦਾ ਰਹੇ। ਹੁਣ ਸਪੈਸ਼ਲੀ ਜਿਹੜਾ ਪੈਂਡੈਮਿਕ ਦਾ ਟਾਈਮ ਹੈ ਤੇ ਸਾਨੂੰ ਡਿਸਹਾਰਟਡ ਨਹੀਂ ਹੋਣਾ ਚਾਹੀਦਾ। ਦੇयर आर सो मेनी ऑप्शंस, ऑलवेज बी पॉजिटिव, ऑलवेज हमेशा तैयार हो कुछ ना कुछ ਲੈਣ ਲਈ। ਇੱਥੇ ਮੈਂ ਹਰ ਟੀਚਰ ਨੂੰ ਇੱਕ ਸੰਦੇਸ਼ ਦੇਣਾ ਚਾਹਾਂਗੀ, लौट आएंगी खुशियां, अभी कुछ गमों का शोर है, जरा संभल के दोस्तों ये इम्तिहान का दौर है। बिल्कुल इस सही इम्तिहान गल ਤੇ ਪੂਰੇ ਖਰੇ ਉਤਰਾਂਗੇ ਔਰ ਇਹ ਸਮਾਂ ਇਦਾਂ ਨਹੀਂ ਰਹਿਣਾ, ਇਹ ਸਮਾਂ ਆਪਣੀ ਸਪੀਡ ਦੇ ਨਾਲ ਨਿਕਲਦਾ ਜਾਂਦਾ ਵਾ ਔਰ ਇੱਕ ਦਿਨ ਫਿਰ ਇਦਾਂ ਦਾ ਆਉਣਾ ਵਾ ਕਿ ਉਹੀ ਮਾਹੌਲ ਹੋਣਾ ਵਾ ਔਰ ਉਹੀ ਅਧਿਆਪਕ ਜਿਹੜੇ ਆ ਫਿਰ ਬੱਚੇ ਕਾਲਜਸ ਦੇ ਵਿੱਚ ਆਉਣਗੇ ਔਰ ਅਧਿਆਪਕ ਤਤਪਰ ਹੋਣਗੇ ਗਿਆਨ ਦੇਣ ਲਈ। ਅੱਜ ਅਸੀਂ ਬਹੁਤ ਵਿਚਾਰ ਵਟਾਂਦਰੇ ਕੀਤੇ ਕਿ ਸਮਾਜ ਨੂੰ ਚੰਗੇ ਅਧਿਆਪਕ ਕਿੱਦਾਂ ਦੇਣੇ ਚਾਹੀਦੇ ਆ, ਉਹਨਾਂ ਦੇ ਵਿੱਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਆ, ਟੈਕਨੋਲੋਜੀ ਦੇ ਪੱਖ ਵੀ ਛੇੜੇ, ਆਰਥਿਕ ਪੱਖ ਵੀ ਛੇੜੇ। ਖਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜ਼ਨ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।